ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਸਾਡੇ ਸਮਾਜ ਵਿੱਚ ਆਸੇ-ਪਾਸੇ ਜੋ ਕੁਝ ਵੀ ਵਾਪਰ ਰਿਹਾ ਹੈ, ਜਿਸ ਦਾ ਸਾਡੇ ਨਾਲ ਤਅਲਕ ਹੈ, ਤੁਹਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਡੀ ਕੋਸ਼ਿਸ਼ ਹੈ ਅਸੀਂ ਉਹਨਾਂ ਨੁਕਤਿਆਂ ਨੂੰ, ਉਹਨਾਂ ਮੁੱਦਿਆਂ ਨੂੰ, ਉਹਨਾਂ ਮਸਲਿਆਂ ਨੂੰ, ਉਹਨਾਂ ਇਸ਼ੂਜ਼ ਨੂੰ ਉਭਾਰੀਏ, ਪਰ ਉਸ ਦੇ ਨਾਲ ਉਸ ਦਾ ਸਹੀ ਵਿਸ਼ਲੇਸ਼ਣ ਕਰਕੇ ਉਹ ਸਾਰੀ ਪੁਣ-ਛਾਣ ਆਪ ਤੱਕ ਪਹੁੰਚਾਈਏ। ਤੁਹਾਡੇ ਵਿਚਾਰਾਂ ਦੇ ਨਾਲ ਗੁੰਦ ਕੇ ਉਹ ਅਸੀਂ ਉਸ ਥਾਂ ਤੱਕ ਪਹੁੰਚਾਈਏ ਜਿੱਥੇ ਇਸ ਦੀ ਕਾੜੀ ਜਾਣੀ ਹੈ। ਇਸ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਅੱਜ ਅਸੀਂ ਇੱਕ ਵਿਸ਼ੇਸ਼ ਮੁੱਦੇ ਦੇ ਉੱਤੇ ਗੱਲ ਕਰਾਂਗੇ ਔਰ ਜਿਹੜਾ ਕਿ ਬਹੁਤ ਹੀ ਮਹੱਤਵਪੂਰਨ ਵੀ ਹੈ, ਉਹ ਹੈ ਰਾਹੁਲ ਗਾਂਧੀ ਕਾਂਗਰਸ ਦੇ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਵੱਲੋਂ 1984 ਦੇ ਵਿੱਚ ਜੋ ਕੁਝ ਹੋਇਆ, ਉਸ ਦੇ ਵਿੱਚ ਜੋ ਟਿੱਪਣੀਆਂ ਕੀਤੀਆਂ ਉਹ ਬਹੁਤ ਹੀ ਅਹਿਮ ਹਨ। ਪਹਿਲੀ ਦਫਾ ਸ਼ਾਇਦ ਇਸ ਪੱਧਰ ਦੇ ਉੱਤੇ, ਇਸ ਲੈਵਲ ਦੇ ਉੱਤੇ ਕਿਸੇ ਸੀਨੀਅਰ ਕਾਂਗਰਸੀ ਆਗੂ ਨੇ ਇਹ ਮੰਨਿਆ, ਰਾਹੁਲ ਗਾਂਧੀ ਨੇ ਇਹ ਮੰਨਿਆ ਹੈ ਕਿ ਕੁਝ ਕਾਂਗਰਸੀ ਇਸ ਵਿੱਚ ਸ਼ਾਮਲ ਹੋ ਸਕਦੇ ਹਨ, ਪ੍ਰੋਬੈਬਲੀ ਹੋ ਸਕਦੇ ਹਨ। ਅਗਰ ਹੈ ਤਾਂ ਉਹ ਕਿਹੜੇ ਹਨ? ਪਰ ਦੂਸਰੇ ਪਾਸੇ ਜਦੋਂ ਟਾਈਮਸ ਨਾਓ ਦੇ ਉਸ ਇੰਟਰਵਿਊ ਦੇ ਵਿੱਚ, ਬਹੁਤ ਚਰਚਿਤ ਇੰਟਰਵਿਊ ਦੇ ਵਿੱਚ ਜਦੋਂ ਪੁੱਛਿਆ ਗਿਆ ਕਿ ਕੀ ਰਾਹੁਲ ਗਾਂਧੀ ਉਸ ਲਈ ਮਾफ़ੀ ਮੰਗਣ ਲਈ ਤਿਆਰ ਹਨ, ਤਾਂ ਇਸ ਤੋਂ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ। ਸਾਡੀ ਕੋਸ਼ਿਸ਼ ਹੋਏਗੀ ਅਸੀਂ ਇਸ ਸਬਜੈਕਟ 'ਤੇ, ਇਸ ਮੁੱਦੇ 'ਤੇ ਆਪਣੇ ਵਿਸ਼ੇਸ਼ ਮਹਿਮਾਨ ਦੇ ਨਾਲ ਗੱਲਬਾਤ ਕਰੀਏ ਔਰ ਥੋੜ੍ਹਾ ਜਿਹਾ ਇਸ ਮਸਲੇ ਨੂੰ, ਇਸ ਦਾ ਵਿਸ਼ਲੇਸ਼ਣ ਕਰੀਏ, ਕਿਉਂਕਿ ਜ਼ਰੂਰੀ ਇਸ ਕਰਕੇ ਹੈ ਕਿ ਇਹ ਸਾਲ 1984 ਦੀ 30ਵੀਂ ਵਰ੍ਹੇਗੰਢ ਹੈ, ਉਸ ਦੀ ਵੀ, ਔਰ ਨਾਲ ਹੀ ਨਾਲ ਸਾਕਾ ਨੀਲਾ ਤਾਰਾ ਜਾਂ ਘੱਲੂਘਾਰੇ ਦੀ ਵੀ। ਸੋ ਇਹ ਸਾਲ ਬਹੁਤ ਹੀ ਮਹੱਤਵਪੂਰਨ ਹੈ। ਅਸੀਂ ਥੋੜ੍ਹੀ ਦੇਰ ਤੱਕ ਉਸ ਦੇ ਬਾਰੇ ਗੱਲਬਾਤ ਕਰਾਂਗੇ, ਪਰ ਕੁਝ ਸੁਰਖੀਆਂ ਹਨ ਜਿਹੜੀਆਂ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਨੀਆਂ ਚਾਹੁੰਦੇ ਹਾਂ, ਜਿਹੜੀਆਂ ਕਿ ਕਾਫੀ ਮਹੱਤਵਪੂਰਨ ਹਨ। ਸਭ ਤੋਂ ਪਹਿਲੀ ਜਿਹੜੀ ਖਬਰ ਹੈ, ਅਸੀਂ ਪਿੱਛੇ ਜਿਹੇ ਇੱਕ ਆਪਣੇ ਇਸ ਪ੍ਰੋਗਰਾਮ ਦੇ ਵਿੱਚ, ਨਿਰਭਉ ਨਿਰਵੈਰ ਦੇ ਵਿੱਚ ਗੱਲਬਾਤ ਕੀਤੀ ਸੀ ਸਰਦਾਰ ਜਰਨੈਲ ਸਿੰਘ, ਜਰਨਲਿਸਟ, ਉਹਨਾਂ ਦੇ ਨਾਲ, ਔਰ ਜਿਹੜਾ ਸੁਪਰੀਮ ਕੋਰਟ ਨੇ ਬਹੁਤ ਮਹੱਤਵਪੂਰਨ ਫੈਸਲਾ ਦਿੰਦਿਆਂ 15 ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋਈ ਹੈ, ਸੁਣਾਈ ਗਈ ਹੈ, ਉਹਨਾਂ ਦੀ ਸਜ਼ਾ ਨੂੰ, ਫਾਂਸੀ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ। ਔਰ ਉਸ ਦੇ ਵਿੱਚ ਜਿਹੜੀਆਂ ਦਲੀਲਾਂ ਦਿੱਤੀਆਂ ਗਈਆਂ ਕਿ ਅਗਰ ਫਾਂਸੀ ਦੀ ਅਪੀਲ ਸੁਣਨ ਵਿੱਚ, ਰਹਿਮ ਦੀ ਅਪੀਲ ਸੁਣਨ ਦੇ ਵਿੱਚ ਜ਼ਰੂਰਤ ਤੋਂ ਵੱਧ ਦੇਰੀ ਹੋਏ, ਇਹ ਇੱਕ ਬਹੁਤ ਵੱਡਾ ਕਾਰਨ ਹੈ, ਕਿਉਂਕਿ ਇਸ ਦੇ ਨਾਲ ਨਾ ਕੇਵਲ ਉਸ ਦੋਸ਼ੀ ਨੂੰ, ਉਸ ਵਿਅਕਤੀ ਨੂੰ, ਬਲਕਿ ਘਰਦਿਆਂ ਨੂੰ ਵੀ ਨਾਲ ਹੀ ਨਾਲ ਤੁਸੀਂ ਸਜ਼ਾ ਦੇ ਰਹੇ ਹੁੰਦੇ ਹੋ, ਜਿਨ੍ਹਾਂ ਦਾ ਕੋਈ ਦੋਸ਼ ਨਹੀਂ ਹੁੰਦਾ। ਔਰ ਉਹਨਾਂ ਨੇ ਉਸ ਅਪੀਲ ਦੇ ਵਿੱਚ ਇੱਕ ਹੋਰ ਬੜਾ ਵੱਡਾ ਮਹੱਤਵਪੂਰਨ ਇੱਕ ਨੁਕਤਾ ਉਠਾਇਆ ਸੀ ਕਿ ਤੁਸੀਂ ਸਜ਼ਾ ਯਾਫਤਾ ਨੂੰ ਕੈਟੇਗਰਾਈਜ਼ ਨਹੀਂ ਕਰ ਸਕਦੇ, ਉਹਦੀ ਕਲਾਸੀਫਿਕੇਸ਼ਨ ਨਹੀਂ ਕਰ ਸਕਦੇ ਕਿ ਇਹ ਆਮ ਕਿਸੇ ਕੇਸ ਦਾ ਮੁਜਰਮ ਹੈ ਜਾਂ ਕਿਸੇ ਅੱਤਵਾਦੀ ਸਰਗਰਮੀ ਦਾ, ਟੈਰਰਿਸਟ ਐਕਟੀਵਿਟੀਜ਼ ਵਿੱਚ ਹੈ। ਇਸ ਤੋਂ ਆਸ ਬੱਝੀ ਸੀ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਜਿਨ੍ਹਾਂ ਦੀ ਫਾਂਸੀ ਦੀ ਸਜ਼ਾ ਸੁਪਰੀਮ ਕੋਰਟ ਨੇ
ਰਾਸ਼ਟਰਪਤੀ ਨੇ ਤਬਦੀਲ ਕਰਨ ਵਿੱਚ ਇਨਕਾਰ ਕਰ ਦਿੱਤਾ ਸੀ। ਹੁਣ ਉਹਨਾਂ ਦੇ ਸਿੰਘਣੀ ਬੀਬੀ ਨਵਨੀਤ ਕੌਰ ਨੇ ਸੁਪਰੀਮ ਕੋਰਟ ਦੇ ਵਿੱਚ ਦੁਬਾਰਾ ਅਰਜ਼ੀ ਦਾਖਲ ਕੀਤੀ ਹੈ ਉਸ 21 ਜਨਵਰੀ ਦੇ ਫੈਸਲੇ ਦੇ ਹਵਾਲੇ ਦੇ ਕੇ, ਜਿਹਦੇ ਵਿੱਚ 15 ਦੋਸ਼ੀਆਂ ਨੂੰ ਰਾਹਤ ਦਿੱਤੀ ਗਈ ਸੀ। ਸੁਪਰੀਮ ਕੋਰਟ ਦੇ 4 ਜੱਜਾਂ ਨੇ, ਜਿਨ੍ਹਾਂ ਵਿੱਚ ਚੀਫ ਜਸਟਿਸ ਸਥਾ ਸ਼ਿਵਮ, ਉਹਨਾਂ ਦੇ ਨਾਲ ਦੂਸਰੇ ਜੱਜ ਮਾਨਯੋਗ ਜੱਜ RM ਲੋਢਾ, HL ਦੱਤੂ ਅਤੇ SJ ਮੁਖੋਪਾਧਿਆਏ ਸ਼ਾਮਲ ਸਨ। ਇਹਨਾਂ ਜੱਜਾਂ ਨੇ ਇਹ ਦਰਖਾਸਤ ਸੁਣੀ ਆਪਣੇ ਚੈਂਬਰ ਦੇ ਵਿੱਚ, ਔਰ ਨਾਲ ਹੀ ਉਹਨਾਂ ਨੇ ਇੱਕ ਆਦੇਸ਼ ਜਾਰੀ ਕੀਤਾ ਕਿ 31 ਤਾਰੀਖ ਨੂੰ ਸਵੇਰੇ 10:30 ਵਜੇ, 31 ਜਨਵਰੀ ਸਵੇਰੇ 10:30 ਵਜੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਦਰਖਾਸਤ ਸੁਣੀ ਜਾਏਗੀ। ਇਸ ਦਰਖਾਸਤ ਦੇ ਵਿੱਚ ਨਵਨੀਤ ਕੌਰ ਨੇ ਇੱਕ ਤਾਂ 21 ਜਨਵਰੀ ਦੇ ਸੁਪਰੀਮ ਕੋਰਟ ਦੇ ਆਪਣੇ ਫੈਸਲੇ ਦੇ ਹਵਾਲੇ ਦਿੱਤੇ ਹਨ, ਔਰ ਨਾਲ ਹੀ ਉਹਨਾਂ ਨੇ ਹੋਰ ਕਈ ਗਰਾਊਂਡਸ ਦਿੱਤੀਆਂ, ਜਿਨ੍ਹਾਂ ਦੀ ਗਿਣਤੀ 74 ਹੈ। ਕਾਫੀ ਲੰਬੀ ਚੌੜੀ ਦਰਖਾਸਤ ਉਹਨਾਂ ਨੇ ਦਾਖਲ ਕੀਤੀ ਹੈ, ਔਰ ਜਿਹਦੇ ਵਿੱਚ ਇੱਕ ਗਰਾਊਂਡ ਇਹ ਹੈ ਕਿ ਪ੍ਰੋਫੈਸਰ ਭੁੱਲਰ ਦੀ ਮਰਸੀ ਪਟੀਸ਼ਨ ਨੂੰ ਰੱਦ ਕਰਨ ਲਈ ਸਰਕਾਰ ਨੇ 8 ਸਾਲ ਲਗਾਏ, ਔਰ ਦੂਸਰਾ ਉਹਨਾਂ ਦੀ ਮੈਂਟਲ ਇਲਨੈਸ ਦੀ ਗਰਾਊਂਡ ਵੀ ਦਿੱਤੀ ਗਈ। ਹੁਣ ਦੇਖਣਾ ਹੈ ਕਿ 31 ਜਨਵਰੀ ਨੂੰ ਸੁਪਰੀਮ ਕੋਰਟ ਆਫ ਇੰਡੀਆ ਕੀ ਫੈਸਲਾ ਲੈਂਦੀ ਹੈ। ਔਰ ਇੱਕ ਹੋਰ ਗੱਲ ਜਿਹੜੀ ਸੁਪਰੀਮ ਕੋਰਟ ਨੇ ਇਸ ਮੁਕੱਦਮੇ ਦੇ ਵਿੱਚ ਥੋੜ੍ਹੀ ਜਿਹੀ ਵੱਖਰੀ ਕੀਤੀ ਹੈ, ਉਹ ਇਹ ਹੈ ਕਿ ਆਮ ਤੌਰ ਦੇ ਉੱਤੇ ਐਸੇ ਮੁਕੱਦਮੇ ਚੈਂਬਰ ਵਿੱਚ ਸੁਣੇ ਜਾਂਦੇ ਹਨ, ਯਾਨੀ ਕਿ ਆਮ ਖੁੱਲ੍ਹੀ ਅਦਾਲਤ ਵਿੱਚ ਨਹੀਂ ਸੁਣੇ ਜਾਂਦੇ। ਪਰ ਇਸ ਕੇਸ ਵਿੱਚ ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ ਹੈ ਕਿ ਪ੍ਰੋਫੈਸਰ ਭੁੱਲਰ ਦਾ ਇਹ ਮੁਕੱਦਮਾ ਖੁੱਲ੍ਹੀ ਅਦਾਲਤ ਦੇ ਵਿੱਚ ਸੁਣਿਆ ਜਾਏਗਾ। ਪ੍ਰੋਫੈਸਰ ਭੁੱਲਰ ਦਾ ਕੇਸ 1993 ਦਾ ਉਹ ਕਾਂਡ ਹੈ ਜਿਸ ਵਿੱਚ ਧਮਾਕਾ ਹੋਇਆ ਸੀ ਔਰ 9 ਬੰਦੇ ਮਾਰੇ ਗਏ ਸੀ, ਜਿਹਦੇ ਵਿੱਚ ਬਿੱਟਾ ਜ਼ਖਮੀ ਹੋਇਆ ਸੀ। ਔਰ ਇਸ ਕੇਸ ਦੇ ਵਿੱਚ ਪ੍ਰੋਫੈਸਰ ਭੁੱਲਰ ਦੇ ਉੱਤੇ ਟਾੜਾ ਲਗਾਇਆ ਗਿਆ ਸੀ, ਟੈਰਰਿਸਟ ਐਂਡ ਡਿਸਰਪਟਿਵ ਐਕਟੀਵਿਟੀਜ਼ ਐਕਟ। ਪਿਛਲੀ ਦਫਾ ਸੁਪਰੀਮ ਕੋਰਟ ਨੇ ਪ੍ਰੋਫੈਸਰ ਭੁੱਲਰ ਦੀ ਦਰਖਾਸਤ ਇਸ ਬਣਾ ਦੇ ਉੱਤੇ ਰੱਦ ਕਰ ਦਿੱਤੀ ਸੀ ਕਿ ਜਿਨ੍ਹਾਂ ਦੇ ਉੱਤੇ ਟਾੜਾ ਲੱਗੀ ਹੈ ਜਾਂ ਜਿਹੜੇ ਟੈਰਰਿਸਟ ਹਨ, ਉਹਨਾਂ ਨੂੰ ਕੋਈ ਰਹਿਮ ਨਹੀਂ ਦਿੱਤੀ ਜਾ ਸਕਦੀ, ਟੈਰਰਿਸਟ ਨੂੰ ਕੋਈ ਰਿਆਇਤ ਨਹੀਂ ਦਿੱਤੀ ਜਾ ਸਕਦੀ। ਪਰ 21 ਜਨਵਰੀ ਦੇ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਇਸ ਗੱਲ ਨੂੰ ਖੁਦ ਹੀ ਬਦਲ ਦਿੱਤਾ। ਹੁਣ 31 ਜਨਵਰੀ ਨੂੰ ਕੀ ਸੁਪਰੀਮ ਕੋਰਟ ਆਪਣੇ ਉਸ ਫੈਸਲੇ ਨੂੰ ਲਾਗੂ ਕਰੇਗੀ ਔਰ ਪ੍ਰੋਫੈਸਰ ਭੁੱਲਰ ਨੂੰ ਰਾਹਤ ਦੇਵੇਗੀ। ਇਹ ਬਹੁਤ ਹੀ ਮਹੱਤਵਪੂਰਨ ਦਿਨ ਹੈ, ਜਿਹੜਾ 2-3 ਦਿਨਾਂ ਤੱਕ ਇਹ ਸਾਰੀ ਗੱਲ ਸਾਹਮਣੇ ਆਏਗੀ। ਅਗਲੀ ਇੱਕ ਹੋਰ ਸੁਰਖੀ ਹੈ, ਕਦੇ ਸ਼ਾਇਦ ਭਾਰਤ ਦੇ ਇਤਿਹਾਸ ਵਿੱਚ ਨਹੀਂ ਹੋਇਆ। ਇੱਕ ਵਿਅਕਤੀ ਫਰਾਂਸ ਤੋਂ ਆ ਕੇ ਦਿੱਲੀ ਜੰਤਰ ਮੰਤਰ ਦੇ ਵਿੱਚ ਬੈਠ ਗਿਆ ਭੁੱਖ ਹੜਤਾਲ ਦੇ ਉੱਤੇ। ਕੋਈ ਉਸ ਦੇ ਨਾਲ ਆਰਗੇਨਾਈਜੇਸ਼ਨ ਨਹੀਂ, ਕੋਈ ਉਹਦੇ ਨਾਲ ਸੰਸਥਾਵਾਂ ਨਹੀਂ, ਕੋਈ ਆਗੂ ਨਹੀਂ, ਕੋਈ ਭੀੜ ਨਹੀਂ, ਔਰ ਉਹ ਇਸ ਕਰਕੇ ਬੈਠ ਗਿਆ ਕਿ ਸਿੱਖਾਂ ਨੂੰ ਇਨਸਾਫ ਮਿਲਣਾ ਚਾਹੀਦਾ। 5 ਦਸੰਬਰ ਤੋਂ ਬੈਠਾ, ਕਿਸੇ ਨੇ ਉਸ ਦੀ ਬਾਤ ਨਹੀਂ ਪੁੱਛੀ, ਕਿਸੇ ਵੀ ਸੰਸਥਾ ਨੇ, ਕਿਸੇ ਵੀ ਆਗੂ ਨੇ ਉਸ ਦੀ ਗੱਲ ਨਹੀਂ ਕੀਤੀ। ਪਰ ਕਿਤਨੀ ਹੈਰਾਨੀ ਦੀ ਗੱਲ ਹੈ ਕਿ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 2 ਵਾਰ ਉਸ ਦੇ ਕੋਲ ਗਿਆ। ਉਸਨੇ ਕਿਹਾ, ਅਰਵਿੰਦ ਕੇਜਰੀਵਾਲ ਨੇ, ਮੈਨੂੰ ਪਤਾ ਲੱਗਾ ਕਿ ਇੱਕ ਬੰਦਾ ਜੰਤਰ ਮੰਤਰ ਦੇ ਉੱਤੇ ਭੁੱਖ ਹੜਤਾਲ 'ਤੇ ਬੈਠਾ ਹੈ। ਕਹਿਣ ਲੱਗਾ ਕਿ ਕਿਸੇ ਵਿਅਕਤੀ ਦਾ, ਸਰਕਾਰ ਦਾ ਆਪਣੇ ਵੱਲ ਧਿਆਨ ਖਿੱਚਣ ਲਈ ਉਹਦਾ 1,00,000-2 ਲੱਖ ਬੰਦੇ ਇਕੱਠੇ ਕਰਨਾ ਜ਼ਰੂਰੀ ਹੈ। ਉਸਨੇ, ਕੇਜਰੀਵਾਲ ਦਾ ਕਹਿਣਾ, ਉਹਨੇ ਉਸੇ ਵੇਲੇ ਸਾਰਾ ਆਪਣੇ ਬੰਦੇ ਭੇਜੇ ਔਰ ਉਹ ਸਾਰੀ ਜਾਣਕਾਰੀ ਹਾਸਲ ਕੀਤੀ ਕਿ ਉਸ ਦੇ
ਮੰਗਾਂ ਕੀ ਹਨ। ਔਰ ਕੇਜਰੀਵਾਲ ਦਾ ਕਹਿਣਾ ਹੈ ਕਿ ਉਸ ਦੀਆਂ ਮੰਗਾਂ, ਕੁਝ ਮੰਗਾਂ ਜਾਇਜ਼ ਹਨ ਔਰ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਹਨ। ਉਸ 'ਤੇ ਅਮਲ ਕਰਦਿਆਂ ਕੇਜਰੀਵਾਲ ਨੇ ਆਪਣੇ 2 MLA ਉਹਦੇ ਕੋਲ ਭੇਜੇ ਔਰ ਰਾਸ਼ਟਰਪਤੀ ਨੂੰ ਇੱਕ ਚਿੱਠੀ ਵੀ ਜਾਰੀ ਕੀਤੀ ਕਿ ਪ੍ਰੋਫੈਸਰ ਭੁੱਲਰ ਦੀ ਸਜ਼ਾ ਨੂੰ ਮਾਫ ਕਰ ਦਿੱਤਾ ਜਾਏ, ਉਸ ਨੂੰ ਫਾਂਸੀ ਦੀ ਸਜ਼ਾ ਨਾ ਦਿੱਤੀ ਜਾਏ। ਇਹ ਬੜੀ ਹੀ ਹੈਰਾਨੀ ਭਰਿਆ ਔਰ ਇੱਕ ਆਸ ਦੀ ਕਿਰਨ ਲੱਗਦੀ ਹੈ ਕਿ ਜਿੱਥੇ ਇੱਕ ਆਮ ਆਦਮੀ, ਇੱਕ ਸਧਾਰਨ ਵਿਅਕਤੀ ਦੀ ਗੱਲ ਵੀ ਸਰਕਾਰ ਦੇ ਕੰਨਾਂ ਤੱਕ ਪਹੁੰਚ ਸਕਦੀ ਹੈ, ਨਹੀਂ ਤਾਂ ਸਰਕਾਰ ਔਰ ਆਮ ਬੰਦੇ ਦੇ ਵਿਚਕਾਰ ਇੰਨੀਆਂ ਮੋਟੀਆਂ ਪੀੜ੍ਹੀਆਂ ਤੇ ਸਖਤ ਦੀਵਾਰਾਂ ਹਨ ਜਿਨ੍ਹਾਂ ਦੇ ਵਿੱਚੋਂ ਕੋਈ ਵੀ ਗੱਲ ਉੱਥੇ ਤੱਕ ਪਹੁੰਚਦੀ ਨਹੀਂ, ਔਰ ਜੇ ਪਹੁੰਚਦੀ ਹੈ ਤਾਂ ਸਹੀ ਗੱਲ ਨਹੀਂ ਪਹੁੰਚਦੀ। ਪਰ ਇੱਥੇ ਮੁੱਖ ਮੰਤਰੀ ਨੇ ਖੁਦ ਆਪ ਜਾ ਕੇ, ਆਪ ਪਤਾ ਕਰਕੇ ਉਸ ਦੀ ਜਾਣਕਾਰੀ ਹਾਸਲ ਕੀਤੀ ਔਰ ਨਾ ਕੇਵਲ ਜਾਣਕਾਰੀ ਹਾਸਲ ਕਰਕੇ ਕਾਗਜ਼ੀ ਕਾਰਵਾਈ ਤੱਕ ਹੀ ਉਸ ਨੂੰ ਮਹਿਦੂਦ ਕੀਤਾ, ਬਲਕਿ ਉਸਨੇ ਉਸ ਦੇ ਉੱਤੇ ਕਾਰਵਾਈ ਵੀ ਕੀਤੀ। ਇਸੇ ਦੇ ਨਾਲ ਹੀ ਜੁੜਦੀ ਹੋਈ ਇੱਕ ਹੋਰ ਛੋਟੀ ਜੀ ਖਬਰ ਹੈ। ਅਰਵਿੰਦ ਕੇਜਰੀਵਾਲ, ਦਿੱਲੀ ਦੇ ਮੁੱਖ ਮੰਤਰੀ ਨੇ ਪਿੱਛੇ ਧਰਨਾ ਦਿੱਤਾ ਕਿ ਕਿਸੇ ਵੀ ਘਟਨਾ ਲਈ, ਕਿਸੇ ਵੀ ਦੁਰਘਟਨਾ ਲਈ ਪੁਲਿਸ ਜਵਾਬਦੇਹ ਹੋਣੀ ਚਾਹੀਦੀ ਹੈ, ਕਿਉਂਕਿ ਇਸ ਤੋਂ ਪਹਿਲੇ ਜਦੋਂ ਵੀ ਕਿਹਾ ਜਾਂਦਾ ਸੀ, ਇਹ ਕਿਹਾ ਜਾਂਦਾ ਸੀ ਪੁਲਿਸ ਸਰਕਾਰ ਦੇ ਅਧੀਨ ਨਹੀਂ ਹੈ, ਉਹ ਯੂਨੀਅਨ ਦੇ ਅਧੀਨ ਹੈ ਜਾਂ ਜਿਸ ਨੂੰ ਕੇਂਦਰ ਕਹਿੰਦੇ ਹਨ, ਸੰਘ ਸਰਕਾਰ ਦੇ ਅਧੀਨ ਹੈ। ਮਗਰ ਕੇਜਰੀਵਾਲ ਦਾ ਕਹਿਣਾ ਸੀ ਕਿ ਕੇਵਲ ਕਾਗਜ਼ੀ ਗੱਲਾਂ ਤੱਕ ਨਹੀਂ, ਕੇਵਲ ਬਿਆਨਬਾਜ਼ੀ ਤੱਕ ਨਹੀਂ, ਇਹ ਜ਼ਿੰਮੇਵਾਰੀ ਜ਼ਰੂਰ ਨਿਰਧਾਰਿਤ ਹੋਣੀ ਚਾਹੀਦੀ ਹੈ। ਜਿਹੜਾ ਬੀਟ ਆਫਿਸਰ ਹੈ, ਜਿਹੜਾ ਥਾਣੇਦਾਰ ਹੈ, ਉਸ ਦੀ ਜ਼ਰੂਰ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਹੁਣ 2 ਦਿਨ ਪਹਿਲੇ ਦਿੱਲੀ ਦੇ ਵਿੱਚ ਇੱਕ ਚਲਦੀ ਹੋਈ ਕਾਰ ਵਿੱਚ ਕਿਸੇ ਲੜਕੀ ਦੇ ਨਾਲ ਬਲਾਤਕਾਰ ਕੀਤਾ ਗਿਆ ਔਰ ਉਸ ਦੇ ਮਾਮਲੇ ਨੂੰ ਲੈ ਕੇ ਔਰ 1 ਜੁਲਾਈ ਦੇ ਵਿੱਚ ਪਿੱਛੇ ਸਾਈਕਲ ਦੇ ਉੱਤੇ ਪਿੱਛੇ ਸਾਈਕਲ ਦੇ ਪਿੱਛੇ ਬੈਠ ਕੇ ਕੁਝ ਲੜਕੇ ਜਾ ਰਹੇ ਸੀ, ਕੁਝ ਲੜਕੇ ਸਾਈਕਲਾਂ ਤੇ ਸਨ, ਇੱਕ ਲੜਕਾ ਪਿੱਛੇ ਬੈਠਾ ਸੀ ਔਰ ਉਸ ਨੂੰ ਪੁਲਿਸ ਨੇ, ਦਿੱਲੀ ਪੁਲਿਸ ਨੇ ਗੋਲੀ ਮਾਰ ਕੇ ਮਾਰ ਦਿੱਤਾ। ਪੁਲਿਸ ਦਾ ਕਹਿਣਾ ਸੀ ਕਿ ਇਹਨਾਂ ਲੜਕਿਆਂ ਨੇ ਪੁਲਿਸ ਦੇ ਉੱਤੇ ਪਥਰਾਅ ਕੀਤਾ ਸੀ। ਬਾਅਦ ਵਿੱਚ ਪੁਲਿਸ ਦੀ ਇਨਕੁਆਇਰੀ ਹੋਈ, ਕਮਿਸ਼ਨਰ ਜਿਹੜੇ ਦਿੱਲੀ ਦੇ ਕਮਿਸ਼ਨਰ ਸਨ, ਉਹਨਾਂ ਨੇ BS ਬਾਸੀ ਪੁਲਿਸ ਕਮਿਸ਼ਨਰ ਨੇ ਇਹ ਕਿਹਾ ਕਿ ਉਹ ਗਲਤ ਸੀ, ਉਸ ਨੂੰ ਮਾਰਨਾ ਸਹੀ ਨਹੀਂ ਸੀ। ਲੜਕੇ ਦੀ ਮਾਂ ਮੰਜੂ ਪਾਂਡੇ ਉਹ ਪੁਲਿਸ ਮੰਗ ਕਰ ਰਹੀ ਹੈ, ਪਰ ਉਸ ਦੀ ਮੰਗ ਤਾਂ ਇੱਕ ਪਾਸੇ ਹੈ। ਅਰਵਿੰਦ ਕੇਜਰੀਵਾਲ ਨੇ ਇਹਨਾਂ ਦੋਨੋਂ ਹਵਾਲਿਆਂ ਨੂੰ ਲੈ ਕੇ, ਇਹਨਾਂ ਦੋਨੋਂ ਘਟਨਾਵਾਂ ਨੂੰ ਲੈ ਕੇ ਫਿਰ ਕੇਂਦਰ ਸਰਕਾਰ ਦੇ ਉੱਤੇ ਦਬਾਅ ਪਾਇਆ ਹੈ ਕਿ ਇਹਨਾਂ ਦੋਨਾਂ ਮੁਕੱਦਮਿਆਂ ਦੀ ਜ਼ਿੰਮੇਵਾਰੀ ਜ਼ਰੂਰ ਮੁਕਰਰ ਕੀਤੀ ਜਾਏ ਕਿ ਕਿਉਂ ਉਸ ਲੜਕੇ ਦਾ, ਉਸ ਨਿਰਦੋਸ਼ ਲੜਕੇ ਦਾ ਜਿਹੜਾ ਸਾਈਕਲ ਦੇ ਪਿੱਛੇ ਬੈਠਾ ਹੈ, ਸਿਰਫ ਇਸ ਕਰਕੇ ਕਿ ਉਸਨੇ ਪੁਲਿਸ ਦੇ ਉੱਤੇ ਪਥਰਾਅ ਕੀਤਾ, ਕਿ ਪੁਲਿਸ ਦੇ ਉੱਤੇ ਅਗਰ ਮੰਨ ਵੀ ਲਿਆ ਜਾਏ, ਕੋਈ ਪੁਲਿਸ ਦੇ ਕਹਿਣ ਮੁਤਾਬਕ ਅਗਰ ਪਥਰਾਅ ਵੀ ਕੀਤਾ ਤਾਂ ਉਸ ਦੇ ਵਿੱਚ ਉਸ ਬੰਦੇ ਨੂੰ ਜਾਂ ਉਸ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਜਾਏਗੀ ਜਿਹੜਾ ਕਿ ਸਾਈਕਲ ਦੇ ਪਿੱਛੇ ਬੈਠਾ ਹੈ। ਸੋ ਇਹ ਬਹੁਤ ਹੀ ਵੱਡੀ ਘਟਨਾ ਹੈ। ਔਰ ਦੂਸਰੀ ਜਿਹੜੀ ਹੁਣੇ ਦਿੱਲੀ ਦੇ ਵਿੱਚ ਵਾਪਰੀ ਹੈ, ਦਰਅਸਲ ਦਿੱਲੀ ਦੇ ਵਿੱਚ ਕੱਲ੍ਹ ਸਵੇਰੇ ਵੀ ਮੂਲਚੰਦ ਹਸਪੀਟਲ ਦੇ ਕੋਲ ਇੱਕ ਕਾਰ ਦੇ ਵਿੱਚੋਂ ਕਾਰ ਰੋਕ ਕੇ ਲੋਕਾਂ ਨੇ, ਕੁਝ ਬੰਦਿਆਂ ਨੇ 7 ਕਰੋੜ ਰੁਪਇਆ ਲੁੱਟ ਲਿਆ ਔਰ ਕਾਰ ਵੀ ਲੈ ਕੇ ਚਲੇ ਗਏ। ਸੋ ਇਹ ਜਿਹੜੀਆਂ ਘਟਨਾਵਾਂ ਹੁੰਦੀਆਂ, ਘਟਨਾਵਾਂ, ਕ੍ਰਾਈਮ, ਸਾਰਾ ਕੁਝ ਸਭ ਥਾਂ ਹੋਏਗਾ, ਪਰ ਕੇਜਰੀਵਾਲ ਦਾ ਜਾਂ ਉਹਨਾਂ ਦਾ ਕਹਿਣਾ ਹੈ ਕਿ ਇਸ ਦੀ ਜ਼ਿੰਮੇਵਾਰੀ ਜ਼ਰੂਰ ਮੁਕਰਰ ਕੀਤੀ ਜਾਏ ਕਿ ਇਹਨਾਂ ਲਈ ਕੌਣ ਜ਼ਿੰਮੇਵਾਰ ਹੈ। ਸੋ ਇਹ ਕੁਝ ਕੁ ਜਿਹੜੀਆਂ ਸੁਰਖੀਆਂ ਹਨ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਅਸੀਂ ਅਗਲੇ ਸੈਗਮੈਂਟ ਦੇ ਵਿੱਚ ਕੋਸ਼ਿਸ਼ ਕਰਾਂਗੇ ਆਪਣੇ ਮਹਿਮਾਨ ਅਗਰ ਸਾਡੇ ਨਾਲ ਮਿਲ ਸਕਣਗੇ, ਉਹਨਾਂ ਨਾਲ ਅਗਰ ਸਾਡਾ ਰਾਬਤਾ ਕਾਇਮ ਹੋਇਆ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਤੁਸੀਂ ਇਹਨਾਂ ਬਾਰੇ, ਜਾਂ ਉਹ ਜਿਹੜਾ ਮਸਲਾ ਬਹੁਤ ਵੱਡਾ ਹੈ ਕਿ 1984 ਦੇ
ਕੀ ਕਦੇ ਇਨਸਾਫ ਮਿਲੇਗਾ? ਕੀ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ ਜਾਂ ਕੇਵਲ ਇਸ ਨੂੰ ਇੱਕ ਕਾਗਜ਼ੀ ਕਾਰਵਾਈ ਔਰ ਉਹਦੇ ਵਿੱਚ ਹੀ ਉਲਝਾ ਕੇ ਫਿਰ ਰੱਖ ਦਿੱਤਾ ਜਾਏਗਾ? ਇਨਸਾਫ ਨਾ ਮਿਲਣਾ ਬੜੀ ਵੱਡੀ ਬੇਇਨਸਾਫੀ ਹੁੰਦੀ ਹੈ। ਸਮਾਂ ਹੈ ਇੱਕ ਵਕਫੇ ਦਾ, ਉਹਦੇ ਬਾਅਦ ਮੁੜ ਹਾਜ਼ਰ ਹੁੰਦੇ ਹਾਂ। Preet Furniture of Punjab Nawa Shahar proudly announces their brand new showroom. Come and see variety of furniture for living room, dining room, bedroom, kids room, office furniture and more. Buy ready-made or custom-made, Preet Furniture can do it all. ਤੇ ਆਪਣੀ ਪਸੰਦ ਦਾ ਫਰਨੀਚਰ ਖਰੀਦੋ। ਬਲਵਿੰਦਰ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 7188494530 or 9177748566. Preet Furniture. Are you in deportation? Do you have a complex immigration matter? Has your immigration case been denied? For all your complex immigration matters, including family-based immigration, employment-based immigration, deportation, citizenships, battered spouses, call Gahey and Associates at 718-263-5999 for a free initial consultation. Over the years, we've helped many people in getting the green cards. Would you like to have your green card? Call Gahey and Associates now. Tax Raja. We are tax planners, not just tax preparers. Tax Raja ਕੋਲ ਤਜਰਬੇਕਾਰ CPAs, tax planners ਅਤੇ tax preparers ਹਨ। ਅਸੀਂ individual ਤੇ business tax returns, income tax filing, bookkeeping, payroll, financial statement, free e-file, free tax advice, free review ਤੇ IRS representation ਕਰਦੇ ਹਾਂ। ਜਲਦੀ tax file ਕਰੋ ਅਤੇ ਜਲਦੀ ਹੀ refund ਪਾਓ। Taxi, limousine, construction ਵੀਰਾਂ ਲਈ ਅਤੇ ਨਾਲ ਹੀ ਨਾਲ self employed ਲਈ special price. We have multiple locations. ਅੱਜ ਹੀ ਕਾਲ ਕਰੋ 7188801992. ਮਿਸਟਿਕ ਬ੍ਰੋਕਰੇਜ ਤੁਹਾਡੀਆਂ ਕਾਰ ਇੰਸ਼ੋਰੈਂਸ ਸੰਬੰਧੀ ਜ਼ਰੂਰਤਾਂ ਦਾ ਇੱਕੋ ਇੱਕ ਸੋਲੂਸ਼ਨ ਜੋ ਕਰਦਾ ਹੈ ਤੁਹਾਡੀ ਬਚਤ ਬਲੈਕ ਕਾਰਡਸ, ਗ੍ਰੀਨ ਕਾਰਡਸ ਤੇ ਲਾਇਬ੍ਰੇਰੀ ਵਿੱਚ। ਆਪਣੀ ਇੰਸ਼ੋਰੈਂਸ ਨੂੰ ਰੀਨਿਊ ਕਰਵਾਉਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਮਿਲੋ ਟੈਕਸੀ ਤੇ ਲੀਮੋਜ਼ੀਨ ਦੇ ਸਪੈਸ਼ਲਿਸਟ। ਮੈਡੀਲੀਅਨਸ ਲਈ ਫਾਈਨੈਂਸ ਫੈਸਿਲਿਟੀ ਵੀ ਅਵੇਲੇਬਲ ਹੈ। ਅਸੀਂ ਕਰਾਂਗੇ ਸੇਵ ਤੁਹਾਡੀ ਮਨੀ। ਕਿਸੇ ਵੀ ਜਾਣਕਾਰੀ ਲਈ ਕਾਲ ਕਰੋ 7183497610 ਤੇ। ਕੰਟੈਕਟ ਕਰੋ ਫਰਵਰੀ 2014 ਦੀ ਇੰਡੀਵਿਜੂਅਲ ਮੈਡੇਲੀਅਨ ਆਕਸ਼ਨ ਲਈ। अरे हुजूर, सुबह सुबह इतना खूबसूरत तोहफा खास है। रसमलाई, वाह! देसी काजू के दानों से बनी दूध मलाई और मिठास हल्की सी। काजू कतली, बम्बई से लाई? नहीं अंकल जी, शामियाना मिठाई मेड इन अमेरिका। शामियाना मिठाई Made pure, made fresh, made here. जो भी पके ऐसा पके जहाँ भी जो हो खींचा चला आए MBH मसाले। किचन किंग हो या गरम मसाला, पाव भाजी या चंकी चाट मसाला, असली मसाले सच सच MBH। No sugar, no sugar. Pressure. शुक्र है लक्ष्मी लोअर GI वैल्यू बासमती राइस फॉर पीपल विद डायबिटीज आया है। अब दादाजी को थोड़ी तो वैरायटी मिलनी चाहिए ना खाने में। दादाजी दाल चावल जैसी तो दुनिया में कोई चीज ही नहीं है। पर थोड़ी खीर भी मिल जाती तो। लक्ष्मी लोअर GI वैल्यू बासमती राइस है खास डायबिटिक्स के लिए। अब कम से कम लाइफ में खाने की खुशी मिलनी ही चाहिए ना। लक्ष्मी लोअर GI वैल्यू बासमती राइस खास तौर पर डायबिटिक्स के लिए। अरे तुमने मेरे हाथ के पकौड़े नहीं खाए। तुम अपने आशिकों को छोड़ हमें मौका दोगी तब ना। लक्ष्मी लक्ष्मी खांडवी तो मैं बनाती थी, स्पेशली गांव से देसी बेसन मंगवाकर। क्यों यहाँ का बेसन नहीं चलता? यहाँ के बेसन में वो बात कहाँ। पर ये तो लक्ष्मी है। इनको लक्ष्मी के बारे में बताने की जरूरत नहीं। लक्ष्मी बेसन कहाँ मिलता है? आंटी जी किसी भी इंडियन स्टोर में। लक्ष्मी बेसन Made pure, made fresh, made here. Schneider Law Group, तजर्बेकार वकीला दी टीम,
ਜਿਨ੍ਹਾਂ ਨੂੰ ਮਹਾਰਤ ਹਾਸਿਲ ਹੈ ਇਮੀਗ੍ਰੇਸ਼ਨ ਇੰਕਲੂਡਿੰਗ ਅਸਾਈਲਮ, ਡਿਪੋਰਟੇਸ਼ਨ, ਡਿਫੈਂਸ, ਫੈਮਿਲੀ, ਐਮਪਲੋਇਮੈਂਟ ਐਂਡ ਇਨਵੈਸਟਮੈਂਟ ਬੇਸਡ ਇਮੀਗ੍ਰੇਸ਼ਨ। ਇੱਥੇ ਹਰ ਤਰ੍ਹਾਂ ਦੇ ਕ੍ਰਿਮੀਨਲ ਕੇਸਿਸ ਜਿਵੇਂ ਵਾਇਓਲੇਸ਼ਨ, ਟੈਕਸੀ ਲਿਮੋਜ਼ਿਨ ਕਮਿਸ਼ਨ ਦੇ ਮਾਮਲੇ, ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਕਲੋਜ਼ਿੰਗ, ਡਾਈਵੋਰਸ ਕੇਸਿਸ, ਵਿਲ ਅਤੇ ਟਰਸਟ ਰਿਲੇਟਡ ਕੇਸਿਸ ਵੀ ਸੋਲਵ ਕੀਤੇ ਜਾਂਦੇ ਨੇ। ਕਲਾਇੰਟਸ ਦੀ ਸੁਵਿਧਾ ਲਈ ਸਾਡੀਆਂ ਬ੍ਰਾਂਚਿਸ ਹਰ ਮੇਜਰ ਟ੍ਰੇਨ ਲਾਈਨਸ ਦੇ ਨਜ਼ਦੀਕ ਹਨ। AJZE 4523। ਅਸੀਂ ਵੀਕਐਂਡ ਅਤੇ ਲੇਟ ਆਰ ਅਪਾਇੰਟਮੈਂਟਸ ਵੀ ਲੈਂਦੇ ਹਾਂ। ਅਸੀਂ ਬੋਲਾਂਗੇ ਤੁਹਾਡੀ ਬੋਲੀ। ਕੰਟੈਕਟ ਕਰਨ ਤੇ ਤੁਹਾਨੂੰ ਮਿਲੇਗਾ ਤੁਰੰਤ ਤਸੱਲੀ ਬਖਸ਼ ਰਿਸਪੌਂਸ। ਕੰਟੈਕਟ ਕਰਨ ਲਈ ਸਾਡੇ ਨੰਬਰਸ ਨੇ 888824 7227 ਅਤੇ 917 728 0049। Apna Bazaar Cash and Carry, the biggest and the oldest grocery store in the town. For all your daily groceries, fresh produce, fruits and vegetables. More than 12,000 grocery items and produced at competitive prices. Apna Bazaar Cash and Carry. Ample free parking. Apna Bazaar, Edison, New Jersey. ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸਾਡੇ ਨਾਲ ਮਾਨਯੋਗ ਸਰਦਾਰ ਤਰਲੋਚਨ ਸਿੰਘ, ਸਾਬਕਾ ਮੈਂਬਰ ਆਫ ਪਾਰਲੀਮੈਂਟ ਅਤੇ ਸਾਬਕਾ ਚੇਅਰਮੈਨ ਨੈਸ਼ਨਲ ਮਿਨੋਰਿਟੀਜ਼ ਕਮਿਸ਼ਨ ਭਾਰਤ ਸਰਕਾਰ ਦੇ, ਸਾਡੇ ਨਾਲ ਲਾਈਨ ਦੇ ਉੱਤੇ ਜੁੜੇ ਹਨ। ਔਰ ਇੱਕ ਗੱਲ ਜ਼ਰੂਰ ਆਪਣੇ ਦਰਸ਼ਕਾਂ ਨੂੰ ਦੱਸ ਵੀ ਦਈਏ, ਔਰ ਸਭ ਨੂੰ ਪਤਾ ਵੀ ਹੈ ਕਿ ਸ਼ਾਇਦ ਜਿਤਨੇ ਕੁ ਸਿੱਖ ਮਸਲੇ ਜਿਨ੍ਹਾਂ ਨੂੰ ਕਿਸੇ ਵੀ ਨਾ ਤਾਂ MLA ਨੇ, MP ਨੇ ਜਾਂ ਸਰਕਾਰਾਂ ਨੇ ਵੀ ਨਹੀਂ ਚੁੱਕਿਆ, ਉਹ ਇਹਨਾਂ ਨੇ ਗਾਹੇ ਬਗਾਹੇ ਔਰ ਹਰ ਥੋੜ੍ਹੇ ਦੇਰ ਬਾਅਦ ਜ਼ਰੂਰ ਚੁੱਕਦੇ ਰਹਿੰਦੇ ਸੀ। ਔਰ ਇੱਕ ਗੱਲ ਹੋਰ ਕਹਿਣੀ ਪਵੇਗੀ ਕਿ ਇਹਨਾਂ ਦੇ ਅਹੁਦਾ ਛੱਡਣ ਤੋਂ ਬਾਅਦ ਉਹ ਜਿੱਥੇ ਕੰਮ ਸੀ ਉੱਥੇ ਹੀ ਰੁਕ ਗਿਆ। ਸੋ ਕੀ ਕਿਸੇ ਹੋਰ ਤਰਲੋਚਨ ਸਿੰਘ ਦੀ ਸਾਨੂੰ ਲੋੜ ਪਏਗੀ? ਇਹ ਬਹੁਤ ਵੱਡਾ ਇੱਕ ਇਸ਼ੂ ਹੈ। ਪਰ ਅੱਜ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਦਿੱਲੀ ਦੇ ਵਿੱਚ ਰਹਿੰਦਿਆਂ, ਦਿੱਲੀ ਰਾਜਧਾਨੀ ਦੇ ਵਿੱਚ ਜੋ ਸਿੱਖਾਂ ਦੇ ਨਾਲ ਹੋਇਆ, ਕਤਲੇਆਮ ਹੋਇਆ, ਉਸ ਦਾ ਹਾਲੇ ਤੱਕ ਇਨਸਾਫ ਨਾ ਮਿਲਣਾ ਕਿ ਦੇਸ਼ ਦੇ ਉੱਤੇ ਇਸ ਤੋਂ ਵੱਡਾ ਕਲੰਕ ਹੋ ਸਕਦਾ ਹੈ। ਸਾਨੂੰ ਖੁਸ਼ੀ ਹੈ ਸਾਡੇ ਨਾਲ ਤਰਲੋਚਨ ਸਿੰਘ ਲਾਈਨ ਦੇ ਉੱਤੇ ਜੁੜੇ ਹਨ। ਤਰਲੋਚਨ ਸਿੰਘ ਜੀ, ਜੀ ਆਇਆਂ ਨੂੰ। ਤੇ ਸਤਿ ਸ਼੍ਰੀ ਅਕਾਲ ਜੀ। ਤੁਸੀਂ ਬੜੀ ਮਿਹਨਤ ਕਰਦੇ ਹੋ ਜੀ ਜੀ ਜੀ, ਲੋਕਾਂ ਨੂੰ ਜਾਣਕਾਰੀ ਦਿੰਦੇ ਹੋ ਵਿਚ ਵੀ ਨੀਡ ਮੋਰ ਕਮਿਊਨੀਕੇਸ਼ਨ, ਮੋਰ ਇਨਫੋਰਮੇਸ਼ਨ ਟੂ ਦ ਸਿੱਖਸ ਲਿਵਿੰਗ ਆਊਟਸਾਈਡ ਇੰਡੀਆ। ਜੀ 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 ਤਰਲੋਚਨ ਸਿੰਘ ਜੀ, ਜਿਹੜਾ ਦਿੱਲੀ ਦੇ ਵਿੱਚ 1984 'ਚ ਕਾਂਡ ਹੋਇਆ, ਅੰਮ੍ਰਿਤਸਰ ਵਿੱਚ ਵੀ 1984 'ਚ ਹੋਇਆ, ਅਤੇ ਇਸ ਸਾਲ 2014 'ਚ ਉਹਦੀ 30ਵੀਂ ਵਰ੍ਹੇਗੰਢ ਹੈ। 30 ਸਾਲ ਗੁਜ਼ਰ ਗਏ, ਹਾਲੇ ਤੱਕ ਇਨਸਾਫ ਦੀ ਕਿਰਨ ਕਿਧਰੇ ਨਜ਼ਰ ਨਹੀਂ ਆ ਰਹੀ। ਕੀ ਤੁਹਾਨੂੰ, ਪਹਿਲਾ ਸਵਾਲ ਤਾਂ ਇਹ ਹੈ ਕਿ ਲੱਗਦਾ ਹੈ ਕਿ ਕਦੇ ਘੱਟੋ ਘੱਟ ਆਉਣ ਵਾਲੇ 100 ਸਾਲਾਂ ਵਿੱਚ ਇਸ ਦਾ ਇਨਸਾਫ ਮਿਲੇਗਾ? ਦੇਖੋ ਲਾਂਬਾ ਜੀ, ਗੱਲ ਇੱਕ ਆਪਾਂ ਅੰਡਰਸਟੈਂਡ ਕਰੀਏ। ਇਨਸਾਫ ਦੋ ਤਰ੍ਹਾਂ ਦਾ, ਇੱਕ ਤਾਂ ਹੈ ਜੁਡੀਸ਼ੀਅਲ ਜੀ, ਇੱਕ ਹੈ ਗਵਰਨਮੈਂਟ ਦਾ ਇਕਨੋਮਿਕ ਔਰ ਜਿਹੜਾ ਰਿਲੀਜੀਅਸ ਐਂਡ ਸੋਸ਼ਲ ਬੈਨੀਫਿਟ ਟੂ ਦਾ ਵਿਕਟਮਸ। ਜੀ ਜੀ ਜੀ, ਜਿਹੜਾ ਤਾਂ ਹੈਗਾ ਜੁਡੀਸ਼ੀਅਲ ਜੀ, ਉਹ ਪ੍ਰੋਸੈਸ ਉਸ ਵਕਤ ਦੀ ਪੁਲਿਸ ਨੇ ਟੋਟਲ ਡਿਸਟਰਾਏ ਕਰ ਦਿੱਤਾ। ਹਾਂਜੀ, 26 ਸਾਲ ਬਾਅਦ ਹੁਣ ਕੋਈ ਰਿਕਾਰਡ ਨਹੀਂ ਕਿਸੇ ਕੋਲ ਜੀ, ਜਿਹੜਾ ਅਸੀਂ ਨਵਾਂ ਲੱਭ ਕੇ ਅੱਗੇ ਪੇਸ਼ ਕਰ ਜੀ ਜੀ। ਪਹਿਲੀ ਗੱਲ ਆਪਾਂ ਸਮਝੀਏ ਕਿ ਜਿਹੜੀ ਪੁਲਿਸ ਨੇ ਜਦੋਂ 84 ਹੋਏ, ਪੁਲਿਸ ਇਨਵੋਲਵ ਸੀ ਰਾਈਟਸ ਵਿੱਚ ਜੀ ਜੀ। ਐਂਟੀ ਸਿੱਖ ਜੋ ਕੀਤਾ ਪੁਲਿਸ ਨੇ, ਉਹਦੇ 'ਚ ਪੁਲਿਸ ਨਾਲ ਸੀ ਜੀ। ਉਹਨਾਂ ਨੇ ਕੋਈ FIR ਨਹੀਂ ਲਿਖੀਆਂ, ਕੋਈ ਐਵੀਡੈਂਸ ਤਿਆਰ ਨਹੀਂ ਕੀਤਾ। ਇਸ ਕਰਕੇ ਜਿਹੜਾ ਮਾਸ ਕਿਲਿੰਗ ਹੋਈ ਹੈ ਸਾਡੀ, ਹਾਂਜੀ, ਉਹਦਾ ਕਦੇ ਵੀ ਅੱਜ ਤੱਕ ਮੈਨੂੰ ਉਮੀਦ ਨਹੀਂ ਕਦੇ ਕੋਈ ਐਕਸ਼ਨ ਹੋ ਸਕੇ ਜੀ ਜੀ। ਕਿੰਨੇ ਹੀ ਕਮਿਸ਼ਨ ਨਵੇਂ ਬਹਿ ਜਾਣ, ਨਾਨਾਵਤੀ ਕਮਿਸ਼ਨ ਵੀ ਬਿਠਾਇਆ ਵਾਜਪਾਈ ਜੀ ਨੇ, ਉਹਦੇ 'ਚ ਰਿਪੋਰਟਾਂ ਆਈਆਂ, ਉਹਨਾਂ ਨੇ ਕਹਿ ਦਿੱਤਾ ਜੀ ਟੈਕਸਰ ਨੂੰ ਦੁਬਾਰਾ ਕੇਸ ਚਲਾਓ। ਹਾਂਜੀ, ਉਹ ਹੁਣ ਤੱਕ ਦੇਖ ਲਓ
ਕਦ ਦਾ 8 ਸਾਲ ਹੋ ਗਏ ਉਹ ਕੇਸ ਚੱਲਣ 'ਚ ਨਹੀਂ ਆ ਰਿਹਾ। ਹਰ ਵਾਰੀ ਉਹ ਕਚਹਿਰੀ ਚਲਾ ਜਾਂਦਾ, ਕਚਹਿਰੀ ਇੱਕ 'ਚ ਗਿਆ, ਦੂਜੀ 'ਚ ਗਿਆ, ਸੁਪਰੀਮ ਕੋਰਟ ਗਿਆ, ਤੁਸੀਂ 4 ਸਾਲ ਲੰਘਾ ਲਏ ਉਹਨੇ। ਜੀ ਉਹ ਪ੍ਰੋਸੈਸ ਬੜਾ ਲੰਬਾ ਹੈ, ਉਹਦੇ 'ਚ ਐਵੀਡੈਂਸ ਹੈ ਨਹੀਂ। ਜੀ ਜੀ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਜੋ ਤੁਸੀਂ ਪਹਿਲੀ ਗੱਲ ਕਹੀ ਮੇਰੇ ਬਾਰੇ ਜੀ ਕਿ ਸੱਜਣ ਕੁਮਾਰ ਸਭ ਤੋਂ ਵੱਡਾ ਦੋਸ਼ੀ ਅਸੀਂ ਮੰਨਦੇ ਹਾਂ। 26 ਸਾਲ ਉਹਦੇ ਖਿਲਾਫ ਕੇਸ ਦਰਜ ਨਹੀਂ ਹੋਇਆ। ਹਾਂਜੀ ਟਿਲ ਕਿ ਮੈਂ ਪਾਰਲੀਮੈਂਟ 'ਚ ਮੂਵ ਕੀਤਾ ਰਾਜ ਸਭਾ 'ਚ। ਹਾਂਜੀ 2010 ਵਿੱਚ ਫਰਵਰੀ ਜੀ ਸਾਰਾ ਦਿਨ ਬਹਿਸ ਹੋਈ। ਚਿਦੰਬਰਮ ਸਾਹਿਬ ਹੋਮ ਮਿਨਿਸਟਰ ਸੀ, ਦੈਨ ਹੀ ਐਗਰੀਡ ਔਨ ਮਾਈ ਸਟੇਸ਼ਨ ਕਿ ਲੈਟ ਕਿ ਮੈਂ ਉਹਦੇ ਕੇਸ ਦਾ ਅੱਜ ਅਲਾਉ ਕਰਨਾ, ਲੈਟ ਦੈਟ ਕੇਸ ਬੀ ਫਾਈਲਡ। ਉਹ ਕੇਸ ਵੀ ਜਿਹੜਾ ਸੱਜਣ ਕੁਮਾਰ ਦਾ ਮੇਰੀ ਐਫਰਟ ਨਾਲ ਉਹ ਕੇਸ ਰਜਿਸਟਰ ਹੋਇਆ, ਹੋਮ ਮਿਨਿਸਟਰੀ ਨੇ ਪਰਮਿਸ਼ਨ ਦਿੱਤੀ, ਉਹ ਕੇਸ ਅੱਜ ਚੱਲ ਰਿਹਾ। ਜੀ 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 ਨੰਬਰ 1 ਜੀ। ਜਿਹੜਾ ਅੱਗੇ ਸੈਕੰਡ ਪਾਰਟ ਉਹ ਹੈ ਜਿਹੜਾ ਮੈਂ ਉੱਥੇ ਇੱਕ ਪਾਰਲੀਮੈਂਟ 'ਚ ਮੂਵ ਕੀਤਾ ਸੀ। ਹਾਂਜੀ ਨਾਓ ਯੂ ਆਰ ਅ ਵੈਰੀ ਇੰਟੈਲੀਜੈਂਟ ਜਰਨਲਿਸਟ ਕਿ ਅਫਰੀਕਾ 'ਚ ਜਿਹੜਾ ਸਾਊਥ ਅਫਰੀਕਾ ਜੋ ਹੋਇਆ ਸੀ ਅਫਰੀਕਨਾਂ ਨਾਲ ਅੰਗਰੇਜ਼ਾਂ ਨੇ ਕੀਤਾ, ਉਹ ਵੀ ਸਾਡੇ ਨਾਲੋਂ ਬਹੁਤ ਜ਼ਿਆਦਾ ਹੋਇਆ ਸੀ। ਹਜ਼ਾਰਾਂ ਅਫਰੀਕਨ ਮਾਰੇ ਗਏ, ਤੁਹਾਨੂੰ ਪਤਾ ਹੈ। ਹਾਂਜੀ ਜਦੋਂ ਅਫਰੀਕਨ ਗਵਰਨਮੈਂਟ ਨਹੀਂ ਆਈ ਮੈਸਲਨ ਨਾਈਜੀਰੀਆ ਦੀ, ਉਹਨਾਂ ਨੇ ਕਮਿਸ਼ਨ ਬਿਠਾਇਆ ਜੀ, ਉਹਦਾ ਨਾਂ ਰੱਖਿਆ ਗਿਲਟ ਐਂਡ ਪਾਰਡਨ। ਜਿਹੜਾ ਬੰਦਾ ਆਪਣੇ ਆਪ ਨੂੰ ਗਿਲਟੀ ਡਿਕਲੇਅਰ ਕਰੇ ਆਪਣਾ ਤੇ ਫਿਰ ਉਹਨੂੰ ਅਸੀਂ ਪਾਰਡਨ ਦੇ ਦਾਂਗੇ। ਮੈਂ ਇਹ ਪਾਰਲੀਮੈਂਟ 'ਚ ਗਿਆ ਸੀ, ਮੈਨੂੰ ਵੀ ਪਤਾ ਹੈ ਵੀ ਅਸੀਂ ਹੁਣ ਕੇਸ ਜਿਹੜੇ ਨਹੀਂ ਪੂਰੇ ਹੁੰਦੇ। ਮੈਂ ਕਹਿੰਦਾ ਇੰਡੀਆ ਗਵਰਨਮੈਂਟ ਇਹ ਅਨਾਊਂਸ ਕਰੇ ਕਿ ਜਿਹੜੇ ਉਸ ਵਕਤ ਦੇ ਅਫਸਰ ਜੁੰਦੇ ਜਾਂ ਜਿਹੜੇ ਪੋਲੀਟੀਸ਼ੀਅਨ ਹੈ ਉਹ ਆਪਣੀ ਗਿਲਟ ਕਬੂਲ ਕਰਨ ਕਿ ਸਾਡਾ ਅਸੀਂ ਦੋਸ਼ੀ ਹਾਂ ਤੇ ਸਾਨੂੰ ਮਾਫ ਕਰੋ। ਸਿੱਖ ਕੌਮ 'ਚ ਬੜਾ ਜਿਗਰਾ ਹੈ ਕਿ ਸਿੱਖ ਕੌਮ ਮਾਫੀ ਦੇ ਸਕਦੀ। ਜੀ ਜੀ ਇੱਕ ਤੇ ਇਹ ਮੇਰਾ ਇਸ਼ੂ ਹੈ ਕਿ ਜੇ ਇਹ ਕਰੀਏ ਤੇ ਇਹਦੇ 'ਚ ਬਹੁਤ ਲੋਕ ਜਿਹੜੇ ਵੱਡੇ ਵੱਡੇ ਹੈ ਉਸ ਵਕਤ ਦੇ ਉਹਨਾਂ ਦੇ ਅਸੀਂ ਕਰ ਸਕਦੇ ਹਾਂ। ਜੀ ਮੈਂ ਥੋੜਾ ਜਿਹਾ ਤੁਹਾਡੇ ਵਿੱਚ ਇੰਟਰਵੈਂਸ਼ਨ ਕਰਾਂਗਾ। ਤੁਸੀਂ ਸ਼ੁਰੂ ਦੇ ਵਿੱਚ 2 ਗੱਲਾਂ ਕਹੀਆਂ, ਇੱਕ ਤਾਂ ਹੈ ਕਿ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਉਹਨਾਂ ਨੂੰ ਸਜ਼ਾਵਾਂ ਦੇਣੀਆਂ, ਤੁਹਾਡਾ ਕਹਿਣਾ ਹੈ ਕਿ ਉਹ ਨਹੀਂ ਹੋ ਸਕਦਾ ਤੁਹਾਡੇ ਮੁਤਾਬਕ, ਪਰ ਸਵਾਲ ਹੈ ਕਿ ਯਹੂਦੀਆਂ ਦਾ ਕੇਸ ਵੀ ਸਾਡੇ ਸਾਹਮਣੇ ਹੈ। ਹਾਲੇ ਵੀ ਸਰਕਾਰੀ ਰਿਕਾਰਡਸ ਜਿਵੇਂ ਯੂਕੇ ਦੇ ਵਿੱਚ ਵੀ ਉਹਨਾਂ ਨੇ ਆਰਕਾਈਵ 'ਚੋਂ ਕੱਢਿਆ, ਉਸ ਵੇਲੇ ਦੇ ਕਮਿਊਨੀਕੇਸ਼ਨ ਆਰਡਰਸ, ਜਿਵੇਂ ਸਰਕਾਰ ਨੂੰ ਕਿਉਂ ਨਹੀਂ ਹੋਮ ਮਿਨਿਸਟਰ ਨੇ ਆਰਮੀ ਸੱਦਣ ਦਿੱਤੀ, ਕਹਿਣ ਦੇ ਬਾਵਜੂਦ 5000 ਫੌਜੀ ਉੱਥੇ ਮੌਜੂਦ ਸੀ। ਅਗਰ ਉਹ 200 ਵੀ ਭੇਜ ਦਿੰਦੇ ਕੰਟਰੋਲ ਕਰ ਸਕਦੇ ਸੀ। ਘੱਟੋ ਘੱਟ ਗਵਰਨਮੈਂਟ ਦਾ ਰੋਲ ਜਿਹੜਾ ਹੈ ਉਹ ਜ਼ਰੂਰ ਉਜਾਗਰ ਹੋ ਸਕਦਾ ਹੈ। ਨੰਬਰ 1 ਨੰਬਰ 2 ਜੀ ਨੰਬਰ 2 ਮੈਂ ਇਸ ਤੋਂ ਜੀ ਮੈਂ ਇੱਕ ਹੋਰ ਬੇਨਤੀ ਕਰ ਰਿਹਾ, ਜਿਹੜੀ ਤੁਸੀਂ ਦੂਸਰੀ ਗੱਲ ਕਹਿ ਰਹੇ ਹੋ ਕਿ ਉਹਨਾਂ ਨੂੰ ਇਕਨੋਮਿਕ ਜਿਹੜੀ ਹੈ ਕੰਪਨਸੇਸ਼ਨ ਦੇ ਦਿੱਤੀ ਜਾਏ, ਕੀ ਇੱਕ ਬਹੁਤ ਵੱਡੀ ਨਹੀਂ, ਇੱਕ ਸਾਈਕੋਲੋਜੀਕਲੀ ਇਹਦਾ ਮਤਲਬ ਕਿਸੇ ਮਕਤੂਲ ਨੂੰ ਉਹਦੇ ਕਫਨ ਲਈ ਪੈਸੇ ਦੇ ਦਿੱਤੇ ਜਾਣ ਔਰ ਉਸ ਨੂੰ ਕਿਹਾ ਜਾਏ ਤੂੰ ਇਹਦਾ ਸ਼ੁਕਰੀਆ ਅਦਾ ਕਰ? ਨਹੀਂ ਤੁਸੀਂ ਗੱਲ ਦਿੱਤੀ, ਇਹ ਸਾਡੀ ਸਿੱਖ ਕੌਮ ਦੀ ਭਾਵਨਾ ਗਲਤ ਹੈ ਜੀ। ਜਿਹੜੀਆਂ ਵਿਚਾਰੀਆਂ ਵਿਡੋਜ਼ ਹੁਣ ਵੀ ਜੀ ਤੁਸੀਂ ਮਹਿਸੂਸ ਕਰੋ ਕਿ 2000 ਵਿਡੋ ਦਿੱਲੀ 'ਚ ਬੈਠੀ ਹੈ ਜੀ। ਉਹ ਬੱਚੇ ਜਿਹੜੇ ਉਹ ਜਿਹੜੇ ਉਦੋਂ ਛੋਟੇ ਸੀ ਅੱਜ 26 ਸਾਲ ਦੇ ਹੈ ਜੀ। ਕਦੀ ਆ ਕੇ ਦੇਖੋ ਵੀ ਉਹ ਕਿੱਥੇ ਰਹਿੰਦੇ, ਕਿਵੇਂ ਹੈ, ਕਿ ਉਹ ਕਿਹੜੇ ਕੁਆਟਰ ਦਿੱਤੇ ਗਏ, ਕਿ ਕੁਆਟਰ ਲਿਵਿੰਗ ਕੰਡੀਸ਼ਨ ਹੈ ਉਹਨਾਂ ਦੀ ਜੀ ਜੀ। ਸਵਾਲ ਤੇ ਹੈ ਕਿ ਸਿੱਖਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਕਿ ਅਸੀਂ ਸਭ ਕੁਝ ਬਜਟ ਹੁੰਦੇ ਆਪਣੇ। ਬਿਲਕੁਲ ਇਹੀ ਮੈਂ ਕਹਿ ਰਿਹਾ, ਨਵੀਂ ਕਲੋਨੀ ਨਾ ਖੜੀ ਕਰ ਸਕੇ, ਵਿਕਟਮ ਕਲੋਨੀ ਜਿਹਦੇ ਵਿਚਾਰੇ ਇਕੱਠੇ ਚੰਗੇ ਮਲਟੀ ਸਟੋਰੀ ਬਿਲਡਿੰਗ ਬਣੇ ਉਹਦੇ ਲੋਕ ਰਹਿਣ ਜੀ 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 ਜੀ। ਗੱਲ ਉਹਨੂੰ ਸਮਝੋ ਤੁਸੀਂ, ਇਹ ਅਸੀਂ ਇਹ ਨਾ ਕਰੀਏ ਹਰ ਵਾਰੀ ਕਿ ਕੰਪਨਸੇਸ਼ਨ ਰੋਜ਼ ਮਿਲਦੀਆਂ ਹਰ ਕੇਸਾਂ 'ਚ। ਹਾਂਜੀ ਰੋਜ਼ ਪੁਲਿਸ ਫਾਇਰਿੰਗ ਹੁੰਦੀ ਹੈ, 10-10 ਲੱਖ ਰੁਪਇਆ ਪਰ ਇੰਡੀਵਿਜੂਅਲ ਗਵਰਨਮੈਂਟ ਹੁਣ ਦਿੰਦੀ ਹੈ। ਇੱਕ ਦਿੱਲੀ 'ਚ ਕੇਸ ਹੋਇਆ, ਉਹਨੂੰ 1 ਕਰੋੜ ਮਿਲਿਆ। ਹਾਂਜੀ ਬਿਲਕੁਲ ਹੁਣੇ ਪਿੱਛੇ ਲਿਵਿੰਗ ਕੰਡੀਸ਼ਨ ਉਹਨੇ ਵਿਕਟਮ ਦੀ ਹੈ, ਉਹਨਾਂ ਬਾਰੇ ਵੀ ਆਪਾਂ ਤਾਂ ਵੇਖੀਏ ਜੀ ਜੀ ਜੀ। ਉਹ ਹਾਲੇ ਤੱਕ ਨਹੀਂ ਹੋਇਆ, ਵਿਚਾਰਿਆਂ ਦੀ ਕੰਡੀਸ਼ਨ ਬੜੀ ਮਾੜੀ ਹੈ। ਤੁਸੀਂ ਰੋਜ਼ ਟੀਵੀ ਤੇ ਵੀ ਦੇਖਦੇ ਹੋ ਵਿਚਾਰੀਆਂ ਲੇਡੀਜ਼ ਕਿਵੇਂ ਆਉਂਦੀਆਂ ਜੀ। ਉਹ ਦੂਜੀ ਗੱਲ ਹੈ ਕਿ ਜਿਹੜੀ ਪ੍ਰਾਈਮ ਮਿਨਿਸਟਰ ਨੇ ਕੰਪਨਸੇਸ਼ਨ ਅਨਾਉਂਸ ਕੀਤੀ ਸੀ ਪਾਰਲੀਮੈਂਟ 'ਚ, ਹਾਂਜੀ ਉਹ ਹਾਲੇ ਤੱਕ ਲਾਗੂ ਨਹੀਂ ਹੋਈ ਪੂਰੀ ਤਰ੍ਹਾਂ। ਔਰ ਕੱਲੀ ਦਿੱਲੀ ਨਹੀਂ, ਕਾਨਪੁਰ ਹੈ, ਜਮਸ਼ੈਦਪੁਰ ਹੈ, ਟਾਟਾ ਨਗਰ ਹੈ, ਇਹਦੇ 'ਚ ਇੰਨੀਆਂ ਜਗ੍ਹਾ ਹੋਰ ਵੀ ਲੋਕ ਮਰੇ ਨਾ। ਜੀ ਹਾਂ ਜੀ ਹਾਂ ਜੀ ਹਾਂ। ਅਜੇ ਹੋਰ ਕਈ ਥਾਵਾਂ ਉਜਾਗਰ ਵੀ ਹੋ ਰਹੀਆਂ, ਜਿਵੇਂ ਹੋਂਦ ਚਿੱਲਰ ਵੀ ਆਇਆ, ਕਈ ਥਾਵਾਂ ਦੀ ਅਜੇ ਤੇ ਪਤਾ ਹੀ ਨਹੀਂ। ਮੇਰੀ ਗੱਲ ਹੈ, ਇਹਦੇ ਕਈ ਸੈਕਸ਼ਨ ਹੈ। ਹਾਂਜੀ ਇਹ ਸੈਕਸ਼ਨ ਤਾਂ ਹੀ ਹੋਣਗੇ ਕਿ ਗਵਰਨਮੈਂਟ ਆਫ ਇੰਡੀਆ ਪਹਿਲੀ ਗੱਲ ਤੇ ਹੈ ਕਿ ਨਵੀਂ ਸਰਕਾਰ ਹੁਣ ਆਏ ਮੋਦੀ ਵਾਲੀ, ਉਹ ਹੀ ਅਨਾਉਂਸ ਕਰੇ ਕੋਈ ਨਵਾਂ ਕਮਿਸ਼ਨ ਬਣਾਵੇ, ਜਿਵੇਂ ਤੁਸੀਂ ਕਹਿੰਦੇ ਹੋ ਜਿਊਜ਼ ਬਣਿਆ, ਉਹ ਜਿਹਾ ਇੱਕ ਬਣਾ ਕੇ ਸੋਚੋ ਜੀ, ਜਾਂ ਕੰਪਨਸੇਸ਼ਨ ਦੀ ਬੜੀ ਵੱਡੀ ਗੱਲ ਹੋਵੇ। ਔਰ ਤੀਸਰਾ, ਇੰਡੀਅਨ ਪਾਰਲੀਮੈਂਟ ਵਿੱਚ ਜਿਹੜਾ ਮੈਂ ਲਿਖ ਕੇ ਮੂਵ ਕੀਤਾ ਸੀ ਕਿ ਪਾਰਲੀਮੈਂਟ ਦੇ ਦੋਨੋਂ ਹਾਊਸ ਮਾਫੀ ਮੰਗਣ ਜੀ। ਰਾਹੁਲ ਗਾਂਧੀ ਦੀ ਮਾਫੀ ਜਾਂ ਉਹਦੇ ਦਾ ਸਾਨੂੰ ਕੋਈ ਐਡਵਾਂਟੇਜ ਨਹੀਂ ਜੀ ਜੀ ਜੀ। ਇਹ ਠੀਕ ਹੈ, ਇੱਕ ਇਸ਼ੂ ਬਣਾ ਲੈਂਦੇ ਅਸੀਂ, ਮਾਫੀ ਹੁੰਦੀ ਹੈ ਇੰਡੀਆ ਸਰਕਾਰ ਵੱਲੋਂ, ਸਰਕਾਰ ਹੁੰਦੀ ਹੈ ਪਾਰਲੀਮੈਂਟ ਜੀ 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 ਜੀ। ਬੋਥ ਹਾਊਸ ਆਫ ਪਾਰਲੀਮੈਂਟ ਉੱਠ ਕੇ ਕਹਿਣ ਵੀ ਇਹ ਗਲਤ ਹੋਇਆ। ਮੈਂ ਇਹ ਲਿਖ ਕੇ
2 ਵਾਰੀ ਮੂਵ ਕੀਤਾ ਜੀ ਬੜੇ ਇਹ ਮੈਂ ਮੂਵ ਰੈਜ਼ੋਲੂਸ਼ਨ ਪਾਇਆ ਜੀ 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 ਕਿ ਅੱਜ ਦਾ ਇਹ ਹਾਊਸ ਜਿਹੜਾ ਇਹ ਮਹਿਸੂਸ ਕਰਦਾ ਕਿ ਉਹ ਹੋਇਆ ਬਹੁਤ ਗਲਤ ਹੋਇਆ ਔਰ ਇਸ ਦੀ ਸਾਰੀ ਨੇਸ਼ਨ ਮਾਫੀ ਮੰਗਦੀ। ਫਿਰ ਉਹਦਾ ਕੀ ਅਸਰ ਕੀ ਹੋਇਆ, ਉਹਦਾ ਮਤੇ ਦਾ ਕੀ ਬਣਿਆ? ਨਹੀਂ ਮਤਲਬ ਮੈਂ ਕੱਲਾ ਆਦਮੀ ਹਾਂ, ਮੈਂ ਤਾਂ ਮੂਵ ਹੀ ਕਰਨ ਵਾਲਾ ਨਾ। ਬਿਲਕੁਲ, ਇਹਦਾ ਮਤਲਬ ਹੈਗਾ ਕਿ ਕਿਸੇ ਦੀ ਨੀਅਤ ਨਹੀਂ ਹੈ, ਸਾਰੇ ਐਫਰਟ ਕਰਕੇ ਇਹ ਰੈਜ਼ੋਲੂਸ਼ਨ ਪਾਰਲੀਮੈਂਟ ਚੋਂ ਪਾਸ ਕਰਵਾਈ ਐਂਡ ਵਨਸ ਫॉर ਆਲ ਹੋ ਜਾਏਗਾ। ਫਿਰ ਉਹ ਜਿਵੇਂ ਕੈਨੇਡਾ ਦੀ ਪਾਰਲੀਮੈਂਟ ਨੇ ਕਾਮਾਗਾਟਾ ਮਾਰੂ ਦਾ ਕੀਤਾ। ਜੀ 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 ਕਾਮਾਗਾਟਾ ਮਾਰੂ ਜਿਹੜਾ 100 ਸਾਲ ਹੋ ਗਏ। ਬਿਲਕੁਲ, ਇਹਨਾਂ ਦੇ ਵੀ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਨੇ ਜਲਿਆਂਵਾਲੇ ਬਾਗ ਬਾਰੇ ਕਿਹਾ। ਜਲਿਆਂਵਾਲਾ ਬਾਗ ਦਾ ਵੀ ਹੋਇਆ। ਸੋ ਅਸੀਂ ਜੇ ਕਰਨਾ ਨਾ ਜੀ, ਸਾਡੀ ਮੁਸ਼ਕਲ ਕੀ ਹੈ ਕਿ ਅਸੀਂ ਪ੍ਰੋਪਰ ਐਜ਼ ਪਰ ਰੂਲਸ ਐਂਡ ਐਜ਼ ਪਰ ਰਿਕੁਆਇਰਮੈਂਟ ਅਸੀਂ ਮੂਵ ਨਹੀਂ ਕਰਦੇ। ਜੀ ਜੀ, ਪਰ ਕਰਨਾ ਤੇ ਮੈਂ ਰਿਜੈਕਟ ਕਰਾਇਆ ਕਿਸ ਤਰ੍ਹਾਂ ਕੀਤਾ, ਕਿਵੇਂ ਕੀਤਾ, ਮੈਂ ਉਹਦੇ ਤੇ ਵੀ ਜ਼ਰੂਰ ਤੁਹਾਡੇ ਨਾਲ ਜ਼ਰੂਰ ਗੱਲਬਾਤ ਕਰਾਂਗਾ, ਪਰ ਇੱਕ ਛੋਟੇ ਜਿਹੇ ਵਕਫੇ ਦੇ ਬਾਅਦ ਕਿਰਪਾ ਕਰਕੇ ਤੁਸੀਂ ਲਾਈਨ ਤੇ ਬਣੇ ਰਹੋ। ਟੈਕਸ ਪ੍ਰੋਬਲਮ? ਨੋ ਪ੍ਰੋਬਲਮ, ਕੰਪਿਊਟੈਕਸ INC ਆਓ ਤੇ ਆਪਣੇ ਟੈਕਸਾਂ ਦਾ ਮਸਲਾ ਸੁਲਝਾਓ। ਕੰਪਿਊਟੈਕਸ INC ਬਿਜ਼ਨਸ ਅਤੇ ਪਰਸਨਲ ਇਨਕਮ ਟੈਕਸ, ਅਸੀਂ ਪੇਰੋਲ ਐਂਡ ਸਰਟੀਫਾਈਡ ਪੇਰੋਲ ਟੈਕਸਸ, MTA ਟੈਕਸਸ, ਵਰਕਰਸ ਕੰਪਨਸੇਸ਼ਨ, ਬੁੱਕ ਕੀਪਿੰਗ ਆਦਿ ਵੀ ਕਰਦੇ ਹਾਂ। ਕੰਪਿਊਟੈਕਸ INC ਹਰ ਵੇਲੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। 20 ਸਾਲਾਂ ਦਾ ਤਜਰਬਾ। We cover all 50 states। ਅਸੀਂ ਪੰਜਾਬੀ, ਉਰਦੂ ਅਤੇ ਹੋਰ ਵੀ ਭਾਸ਼ਾ ਬੋਲਦੇ ਹਾਂ। ਵਧੇਰੀ ਜਾਣਕਾਰੀ ਲਈ ਸਾਨੂੰ ਕੰਟੈਕਟ ਕਰੋ 7183715555 7184265695। ਗਰੁੱਪ ਤਜਰਬੇਕਾਰ ਵਕੀਲਾਂ ਦੀ ਟੀਮ ਜਿਨ੍ਹਾਂ ਨੂੰ ਮਹਾਰਤ ਹਾਸਿਲ ਹੈ ਇਮੀਗ੍ਰੇਸ਼ਨ ਇਨਕਲੂਡਿੰਗ ਅਸਾਈਲਮ, ਡਿਪੋਰਟੇਸ਼ਨ, ਡਿਫੈਂਸ, ਫੈਮਿਲੀ, ਐਮਪਲੋਇਮੈਂਟ ਐਂਡ ਇਨਵੈਸਟਮੈਂਟ ਬੇਸਡ ਇਮੀਗ੍ਰੇਸ਼ਨ। ਇੱਥੇ ਹਰ ਤਰ੍ਹਾਂ ਦੇ ਕ੍ਰਿਮੀਨਲ ਕੇਸਿਸ ਜਿਵੇਂ ਵਾਇਓਲੇਸ਼ਨ, ਟੈਕਸੀ ਲਿਮੋਜ਼ਿਨ ਕਮਿਸ਼ਨ ਦੇ ਮਾਮਲੇ, ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਕਲੋਜ਼ਿੰਗ, ਡਾਈਵੋਰਸ ਕੇਸਿਸ, ਵਿਲ ਅਤੇ ਟਰਸਟ ਰਿਲੇਟਡ ਕੇਸਿਸ ਵੀ ਸੋਲਵ ਕੀਤੇ ਜਾਂਦੇ ਨੇ। ਕਲਾਇੰਟਸ ਦੀ ਸੁਵਿਧਾ ਲਈ ਸਾਡੀਆਂ ਬ੍ਰਾਂਚਿਸ ਹਰ ਮੇਜਰ ਟ੍ਰੇਨ ਲਾਈਨਸ ਦੇ ਨਜ਼ਦੀਕ ਹਨ। AJZE 4523। ਅਸੀਂ ਵੀਕਐਂਡ ਅਤੇ ਲੇਟ ਆਰ ਅਪਾਇੰਟਮੈਂਟਸ ਵੀ ਲੈਂਦੇ ਹਾਂ। ਅਸੀਂ ਬੋਲਾਂਗੇ ਤੁਹਾਡੀ ਬੋਲੀ। ਕੰਟੈਕਟ ਕਰਨ ਤੇ ਤੁਹਾਨੂੰ ਮਿਲੇਗਾ ਤੁਰੰਤ ਤਸੱਲੀ ਬਖਸ਼ ਰਿਸਪੌਂਸ। ਕੰਟੈਕਟ ਕਰਨ ਲਈ ਸਾਡੇ ਨੰਬਰਸ ਨੇ 8888247227 ਅਤੇ 9177280049। Apna Bazaar Cash and Carry, the biggest and the oldest grocery store in the town. For all your daily groceries, fresh produce, fruits and vegetables. More than 12,000 grocery items and produced at competitive prices. Apna Bazaar Cash and Carry. Ample free parking. Apna Bazaar, Edison, New Jersey. गुरु की काशे चलिए अपना जीवन सफल बनाइए। आओ गुरु की काशे चलिए अपना जीवन सफल बनाइए। अपना जीवन सफल बनाइए। शेर व्हाइट होल व्हीट आटा फाइबर वाला। शेर व्हाइट होल व्हीट आटा फाइबर वाला, हार्ट एंड स्ट्रोक फाउंडेशन और होल ग्रेन काउंसिल से अप्रूव्ड।
आपका हाजमा करे बढ़िया, कोलेस्ट्रॉल और वेट कंट्रोल में करे आपकी मदद और हार्ट डिजीज से आपको रखे सुरक्षित। शेर वाइट होल व्हीट आटा। शेर आटा घर लाओ। पप्पू स्वीट्स, वाह बई वाह। ਅਸੀਂ ਖਾते हैं वेजिटेरियन ਅਤੇ नॉन वेजिटेरियन खाने ਦੀ केटरिंग। मिठाइयाँ 3.99 a pound। Always fresh buffet। Sitting capacity for 50 people। Occasion चाहे कोई भी होवे, याद रखो पप्पू स्वीट्स। For more information, call Puppu Sweets। We are located at major intersection, William Parkway, Cressler Drive। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਦੇ ਬਾਅਦ ਨਿੱਘਾ ਸਵਾਗਤ ਹੈ। ਸਾਡੇ ਨਾਲ ਤਰਲੋਚਨ ਸਿੰਘ ਜੀ, ਸਾਬਕਾ ਮੈਂਬਰ ਪਾਰਲੀਮੈਂਟ ਤੇ ਸਾਬਕਾ ਚੇਅਰਮੈਨ ਨੈਸ਼ਨਲ ਮਿਨੋਰਿਟੀਜ਼ ਕਮਿਸ਼ਨ ਸਾਡੇ ਨਾਲ ਜੁੜੇ ਹਨ ਔਰ ਸਿੱਖ ਮਸਲਿਆਂ ਦੇ ਉੱਤੇ ਗੱਲਬਾਤ ਕਰ ਰਹੇ ਹਨ, ਜਿਹਦੇ ਬਾਰੇ ਉਹਨਾਂ ਨੇ ਕਈ ਕੁਝ ਪਾਰਲੀਮੈਂਟ ਵਿੱਚ ਬੜੇ ਖੁੱਲ੍ਹੇ ਤੌਰ ਦੇ ਉੱਤੇ ਆਵਾਜ਼ ਉਠਾਈ ਔਰ ਬੜੀ ਹੀ ਸਖਤ ਲਫ਼ਜ਼ਾਂ ਦੇ ਵਿੱਚ ਉਹਨਾਂ ਨੇ ਤਾੜਨਾ ਵੀ ਕੀਤੀ। ਸਰ ਤਰਲੋਚਨ ਸਿੰਘ ਜੀ, ਤੁਹਾਡਾ ਇੱਕ ਵਾਰ ਫਿਰ ਨਿੱਘਾ ਸਵਾਗਤ ਹੈ। ਬੇਨਤੀ ਹੈ ਜੀ, ਜਿਹੜਾ ਕੱਲ੍ਹ ਜੋ ਕੁਝ ਹੋਇਆ ਕਿ ਕਾਂਗਰਸ ਦੇ ਵਾਈਸ ਪ੍ਰੈਜ਼ੀਡੈਂਟ ਹੋਣ ਦੇ ਬਾਵਜੂਦ ਜਦੋਂ ਸਾਰੇ ਹਵਾਲੇ ਸਭ ਕੁਝ ਮੌਜੂਦ ਹੈ ਔਰ ਰਾਜੀਵ ਗਾਂਧੀ ਦਾ ਇੱਕ ਅਮਰ ਵਾਕ ਵੀ ਬੜਾ ਮਸ਼ਹੂਰ ਹੈ ਕਿ ਜਦ ਪੇੜ ਗਿਰਦਾ ਤੇ ਧਰਤੀ ਹਿਲਦੀ ਹੈ, ਯਾਨੀ ਕਿ ਉਹ ਸਾਰਾ ਕੁਝ ਹੋਣ ਦੇ ਬਾਵਜੂਦ ਜਿੰਨੇ ਕਮਿਸ਼ਨ ਬਣੇ, ਭਾਵੇਂ ਪਬਲਿਕ ਕਮਿਸ਼ਨ ਬਣੇ, ਭਾਵੇਂ ਕੋਈ ਬਣੇ, ਸਰਕਾਰੀ ਕਮਿਸ਼ਨ ਬਣੇ, ਹਰ ਇੱਕ ਨੇ ਕਾਂਗਰਸ ਦੇ ਉੱਤੇ, ਸਰਕਾਰ ਦੇ ਉੱਤੇ ਦੋਸ਼ ਲਗਾਇਆ ਕਿ ਸਰਕਾਰ ਔਰ ਕਾਂਗਰਸ ਦੀ ਪੂਰੀ ਮਿਲੀ ਭਗਤ ਸੀ। ਬਲਕਿ ਉਹਨਾਂ ਬੰਦਿਆਂ ਨੂੰ ਜਿਹੜੇ ਇਨਵੋਲਵ ਸੀ ਉਹਨਾਂ ਨੂੰ ਅਹੁਦੇ ਵੀ ਦਿੱਤੇ ਗਏ, ਸਨਮਾਨ ਵੀ ਕੀਤਾ ਗਿਆ, ਇਨਾਮ ਵੀ ਦਿੱਤੇ ਗਏ ਸਿੱਖਾਂ ਨੂੰ ਕਤਲ ਕਰਨ ਦੇ ਵਿੱਚ। ਸੋ ਇਸ ਦੇ ਵਿੱਚ ਆ ਕੇ ਰਾਹੁਲ ਗਾਂਧੀ ਦਾ ਬਿਲਕੁਲ ਇਨਕਾਰ ਕਰ ਦੇਣਾ ਔਰ ਇਹ ਕਹਿ ਦੇਣਾ ਕਿ ਹੋ ਸਕਦਾ ਹੈ ਕੁਝ ਕਾਂਗਰਸੀ ਇਨਵੋਲਵ ਹੋਣ, ਤੁਸੀਂ ਇਸ ਬਿਆਨ ਨੂੰ ਇੱਕ ਇਮਾਨਦਾਰੀ ਦੇ ਤਰਾਜ਼ੂ ਦੇ ਉੱਤੇ ਰੱਖ ਕੇ ਦੇਖਿਆ ਜਾਏ ਕਿ ਇੱਕ ਪਾਸੇ ਤਾਂ ਕਹਿੰਦੇ ਸਤਿਮੇਵ ਜੈਤੇ, ਤੇ ਇਹ ਬਿਆਨ ਕੀ ਲੋਕਾਂ ਦੇ ਜ਼ਖਮਾਂ ਤੇ ਫਿਰ ਨਮਕ ਛਿੜਕਣ ਦੇ ਬਰਾਬਰ ਨਹੀਂ? ਦੇਖੋ, ਇਨ ਵੇ ਜੇ ਮੈਨੂੰ ਪੁੱਛੋ, ਇਹ ਬੜੀ ਅੱਛੀ ਗੱਲ ਹੋਈ ਹੈ। ਵੀ ਸ਼ੁੱਡ ਐਟ ਲੀਸਟ ਇਨ ਵੇ ਟੇਕ ਫੁੱਲ ਬੈਨੀਫਿਟ ਆਊਟ ਆਫ ਦਿਸ। ਨੰਬਰ 1 ਜੀ, ਕਿ ਜੇ ਇਹ ਟਾਈਮ ਨਾਓ ਵਾਲਾ ਇਹ ਸਵਾਲ ਨਾ ਕਰਦਾ, ਇਹ ਗੱਲ ਇੰਨੀ ਹਾਈਲਾਈਟ ਨਹੀਂ ਸੀ ਹੋਣੀ। ਬਾਈ ਪੁੱਟਿੰਗ ਦਿਸ ਕੁਐਸਚਨ, ਤੁਸੀਂ ਤਾਂ ਆਪ ਟੀਵੀ ਵਾਲੇ ਹੋ ਜੀ, ਇਹ ਬਹੁਤ ਵੱਡਾ ਇਸ਼ੂ ਸਾਰੀ, ਕਿਉਂਕਿ ਸਾਰਾ ਇੰਡੀਆ ਇਹ ਟੀਵੀ ਚੈਨਲ ਤੇ ਦੇਖ ਰਿਹਾ ਸੀ ਉਹਦੀ, ਕਿਉਂਕਿ ਪਹਿਲੀ ਡਿਬੇਟ ਸੀ ਉਹਦੀ ਜੀ ਜੀ। ਉਸ ਡਿਬੇਟ 'ਚ ਇਹ ਪੁਆਇੰਟ ਆ ਜਾਣਾ ਬਹੁਤ ਵੱਡਾ ਸਾਡੇ ਹੱਕ 'ਚ ਗਿਆ ਕਿ ਸਾਰਾ ਇੰਡੀਆ ਨੂੰ ਪਤਾ ਲੱਗ ਗਿਆ ਕਿ 84 ਕੀ ਹੈ, ਕਿਉਂਕਿ ਇਹ ਚਾਹੁੰਦੇ ਨੇ ਗੁਜਰਾਤ ਹਰ ਵਕਤ ਜੀ। ਜਦੋਂ 84 ਆਇਆ ਤਾਂ ਉਹ ਹੁਣ ਹਾਈਲਾਈਟ ਹੋ ਗਿਆ। ਕੱਲ ਸਾਰਾ ਇੰਡੀਆ ਦੇ ਅਖਬਾਰ, ਟੀਵੀ 84 ਤੇ ਮੁੜ ਕੇ ਆ ਕੇ ਲੋਕਾਂ ਨੂੰ ਪਤਾ ਲੱਗ ਗਿਆ ਕੀ ਜ਼ੁਲਮ ਹੋਇਆ ਸਾਡੇ ਨਾਲ ਜੀ। ਦੂਜਾ, ਰਾਹੁਲ ਗਾਂਧੀ ਨੇ ਜੋ ਕੱਲ ਬੋਲਿਆ ਉਹ ਟੋਟਲ ਗਲਤ ਬੋਲਿਆ ਜੀ। ਆਈ ਥਿੰਕ ਬੇਸਿਕ ਨੌਲੇਜ ਵੀ ਉਹਨੂੰ ਨਹੀਂ ਸੀ। ਇਸ ਤਰ੍ਹਾਂ ਦੀ ਲਫ਼ਜ਼ ਕਹਿ ਦੇਣੇ ਕਿ ਗੌਰਮੈਂਟ ਦਾ ਔਰ ਕਾਂਗਰਸ ਦਾ ਰੋਲ ਇੱਥੇ ਨਹੀਂ, ਗੌਰਮੈਂਟ ਦਾ ਔਰ ਪਾਰਟੀ ਦਾ ਰੋਲ ਗੁਜਰਾਤ ਵਿੱਚ ਹੈ। ਸੋ ਹੀ ਕੰਪੇਅਰਡ ਗੁਜਰਾਤ ਐਂਡ ਦਿੱਲੀ। ਜਿਹੜਾ ਇੱਕ ਸਟੇਟਮੈਂਟ ਅੱਜ ਲੱਗਿਆ ਅਖਬਾਰਾਂ 'ਚ ਬੜਾ, ਕਿਉਂਕਿ ਜਦੋਂ ਗੁਜਰਾਤ ਰਾਈਟ ਹੋਏ ਉਦੋਂ ਮਿਨੋਰਿਟੀ ਕਮਿਸ਼ਨ ਵੱਲੋਂ ਮੈਂ ਉੱਥੇ ਗਿਆ ਸੀ ਇਨਕੁਆਇਰੀ ਕਰਨ ਜੀ। ਸੋ ਮੈਂ ਇਹ ਕਿਹਾ ਕਿ ਦੇਖੋ ਕਿੰਨੀ ਝੂਠ ਬੋਲਿਆ ਜਾ ਰਿਹਾ ਹੈ। ਜਦੋਂ ਗੁਜਰਾਤ 'ਚ ਰਾਈਟ ਹੋਏ ਤਾਂ ਉੱਥੇ ਪੁਲਿਸ ਦੀ ਗੋਲੀ ਚੱਲੀ, ਉਹਦੇ ਨਾਲ 150 ਹਿੰਦੂ ਵੀ ਮਰਿਆ, ਮੀਨ ਰਾਈਟਰ ਜਿਹੜੇ ਅਟੈਕ ਕਰ ਰਹੇ ਸੀ ਉਹ ਵੀ ਮਰੇ। ਦਿੱਲੀ 'ਚ ਇੱਕ ਨਹੀਂ ਮਰਿਆ, ਦਿੱਲੀ 'ਚ ਕੋਈ ਪੁਲਿਸ ਗੋਲੀ ਨਹੀਂ ਚੱਲੀ, ਇੱਕ ਜਗ੍ਹਾ ਇੱਕ ਆਦਮੀ ਨੇ ਗੋਲੀ ਚਲਾਈ ਜੀ। ਦਿੱਲੀ ਵਿੱਚ ਕੋਈ, ਉਹਨਾਂ ਨੇ 7,800 ਉੱਥੇ ਬੰਦੇ ਅਰੈਸਟ ਕੀਤੇ, ਦਿੱਲੀ 'ਚ ਕੋਈ ਅਰੈਸਟ ਨਹੀਂ ਹੋਇਆ। ਸੋ ਦਿੱਲੀ ਵਿੱਚ ਤੇ ਸਿੱਖਾਂ ਨੂੰ ਖੂਨ ਕਾ ਬਦਲਾ ਖੂਨ, ਟੀਚ ਦੈਮ ਲੈਸਨ, ਇਹ ਸਲੋਗਨ ਗੌਰਮੈਂਟ ਦੀ ਆਪਣੀ ਪਾਰਟੀ ਕਾਂਗਰਸ ਨੇ ਲਾਏ ਔਰ ਕਾਂਗਰਸ ਨੇ ਖੁਦ ਸਾਰੇ ਮਾਬ ਲੀਡ ਕੀਤੇ। ਸੋ ਇਹ 100% ਜਿਹੜਾ ਇਟ ਵਾਜ਼ ਏ ਸਪਾਂਸਰਡ ਅਟੈਕ। ਔਰ ਜਿਹੜਾ ਗੁਜਰਾਤ ਸੀ ਉਹ ਕਿਉਂਕਿ ਗੋਦਰਾ ਕਾਂਡ ਹੋ ਗਿਆ ਸੀ ਜੀ, ਜਿਹਦੇ ਕਿ ਕਈ ਹਿੰਦੂ ਜਲ ਗਏ, ਉਹ ਸਪਾਂਟੇਨੀਅਸ ਇੱਕ ਉੱਠ ਪਿਆ। ਲੇਕਿਨ ਉੱਥੇ ਆਪਾਂ ਠੀਕ ਹੈ, ਮਰਨਾ ਮਾਰਨਾ ਗੁਨਾਹ ਹੈ ਔਰ ਪੁਲਿਸ ਨੂੰ ਕੰਟਰੋਲ ਕਰਨਾ ਡਿਊਟੀ ਹੈ। ਲੇਕਿਨ ਜਿਹੜਾ ਕੰਪੈਰੀਜ਼ਨ ਕਰੋ ਦਿੱਲੀ ਨਾਲ, ਨਹੀਂ ਕੰਪੈਰੀਜ਼ਨ ਤੇ ਦੇਖੋ ਕਤਲ 800 ਹੈ, ਸਾਡੇ ਡੈਥ 5000 ਹੈ ਜੀ ਜੀ, ਕਤਲ ਤੇ ਕਤਲ ਹੈ ਜੀ। ਔਰ ਮਤਲਬ ਹੈ ਉੱਥੇ 800 ਹੈ ਟੋਟਲ, ਸਾਡੇ 5000 ਹੈ।
मेरा कंपैरिजन ही नहीं हो सकता। और फिर कैपिटल ऑफ दी कंट्री 3 दिन आर्मी जी दिल्ली कंटोनमेंट दी वो तो लियांदी नहीं, मेरठ तो लियांदी जी। देखो कितना एको ये पॉइंट ही देख लो कि वाई कांट दी आर्मी मूव्ड फ्रॉम कंटोनमेंट ऑफ दिल्ली जी सारा बैठी ते उथों मंगाई जी। मेरा कितना फर्क है गल करन दा गवर्नमेंट दी अप्रोच दा। सो ये सारियां गल्लां जिहड़ियां कल उन्हें कीतियां बहुत गलत होया, बट जिस तरह का लोगों च इसकी चर्चा हुई है साडे हक च वो बहुत अच्छी गल हुई। अच्छा एक चीज़ ये दसो कि ਜਿਹੜਾ ਦਿੱਲੀ ਦੇ ਵਿੱਚ ਜੋ ਕੁਝ ਕਤਲੇਆਮ ਹੋਇਆ ਉਹਦੀਆਂ 587 FIR ਦਾਖਲ ਹੋਈਆਂ ਸੀ ਔਰ ਜਿਨ੍ਹਾਂ ਦੇ ਵਿੱਚੋਂ 241 FIR ਪੁਲਿਸ ਨੇ ਖੁਦ ਹੀ ਕਲੋਜ਼ ਕਰ ਦਿੱਤੀਆਂ ਕਿ ਜੀ ਗਵਾਹ ਨਹੀਂ ਮਿਲ ਰਹੇ, ਬੰਦੇ ਨਹੀਂ ਲੱਭ ਰਹੇ, ਉਹ ਨਹੀਂ ਮਿਲ ਰਹੇ। ਲਾਂਬਾ ਜੀ ਮੈਂ ਪਾਰਲੀਮੈਂਟ ਚ ਮੂਵ ਕੀਤਾ ਫਰਵਰੀ ਚ 2010 ਚ ਜੀ ਕਿ ਇੱਕ ਰਿਪੋਰਟ ਛਪੀ ਸੀ ਮਿੱਤਲ ਕਮੇਟੀ ਦੀ। ਹਾਂਜੀ गवर्नमेंट की अपनी बनाई सी कमेटी। हाँ जी हाँ जी मित्तल कपूर जस्टिस टोक उन्होंने 16 पुलिस अफसर नेम किए कि जेडे रिस्पांसिबल हैं जिन्होंने लोगों को मारिया और लोगों को उत्साह दिता। वो 16 अफसर मैं उठ के नाम पढ़ के सुनाते भी ये रिपोर्ट तुहाडी च है। तो उन्होंने चो एक अफसर सी जिहड़ा मोहत खान उन्होंने कांग्रेस टिकट का MLA मिलिया, MLA टिकट मिलिया जी। मैं उठ के कहा कामरन जी ए पुलिस जेडे गिल्टी करार ते गए इन्होंने खिलाफ की क्यों नहीं एक्शन लिया गया। देखो ना मेरा मतलब है गल तेरी प्रैक्टिकल ਇਹਦਾ ਮਤਲਬ ਸਰਕਾਰ ਦੀ ਬਿਲਕੁਲ ਨੀਅਤ ਨਹੀਂ ਹੈ ਸਿੱਖਾਂ ਨੂੰ ਕੋਈ ਇਨਸਾਫ ਤੇ ਹੈ ਕਿ ਮੈਂ ਅਫਸਰਾਂ ਦੇ ਨਾਮ ਪੜ੍ਹ ਕੇ ਸੁਣਾਏ। ਮੈਂ ਕਿਹਾ ਜੀ ਇਹ ਪਰਸਨ ਦੋਸ਼ੀ ਹੈ, ਤੁਸੀਂ ਇੱਕ ਬੰਦਾ ਗਲਤੀ ਕਰਦਾ ਉਸ ਨੂੰ ਫਾਂਸੀ ਦਿੰਦੇ ਹੋ ਸਰਕਾਰੀ ਅਫਸਰਾਂ ਨੂੰ ਫੜਿਆ ਗਿਆ ਇਹਨਾਂ ਨੂੰ ਕਿਉਂ ਨਹੀਂ ਫੜਦੇ ਹੋ ਜੀ ਜੀ। ਉਹ ਕਹਿੰਦਾ ਜੀ ਉਹ ਰਿਟਾਇਰ ਹੋ ਗਏ ਸਾਰੇ ਸੁਣੀ ਜਵਾਬ ਹੈ। ਹਾਂ ਮੈਨੂੰ ਪਤਾ ਹੈ। ਹਾਂ ਜੀ ਜਿਹੜਾ ਬੰਦਾ ਕਤਲ ਕਰਕੇ ਘਰ ਚਲਾ ਜਾਏ ਉਹ ਮਾਫ ਹੋ ਜਾਂਦਾ, ਰਿਟਾਇਰ ਹੋ ਗਿਆ ਜੀ 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 ਜੀ। ਮੇਰਾ ਮਤਲਬ ਗੱਲਾਂ ਜਿਹੜੀਆਂ सिस्टमैटिक इनिया साडे कोल प्रूफ है पर गलत उत्थे आई मरी जो साह नहीं आया। सरकार की नीति नहीं है करन दी तां करिए की। ਤਾਂ ਤੇ ਫਿਰ ਇਹਦਾ ਮਤਲਬ ਹੈ ਕਿ ਕਹਿ ਲਈਏ ਜਿਵੇਂ ਸਰਦਾਰ ਕਪੂਰ ਸਿੰਘ ਨੇ ਆਪਣੀ ਸਾਚੀ ਸਾਖੀ 'ਚ ਲਿਖਿਆ ਸੀ ਕਿ ਮੁਲਕ ਹਿੰਦੂ का राज तिकड़े का राखा गुरु है भाई सिखड़े का। चलो वो तो उन्होंने बड़े बड़े विद्वान सन लेकिन असीं इस मुल्क 'ਚ रहना है ਜੀ। ਅਸੀਂ ਇਹੋ ਜਿਹੇ ਬਿਆਨ ਨਾਲ ਸਾਡਾ ਕੋਈ ਨਹੀਂ ਮੈਂ ਉਹਨਾਂ ਦੀ ਜਿਹੜੀ ਲਿਖਤ ਹੈ ਉਹ ਵੀ ਫਿਰ ਦੁਖੀ ਹੋ ਕੇ ਉਹਨਾਂ ਨੇ ਮੁਲਕ ਦਾ ਵਿਧਾਨ ਹੈ ਮੁਲਕ ਦਾ ਕਾਨੂੰਨ ਹੈ ਜੀ ਵੀ ਹੈਵ ਟੂ ਟਰਾਈ ਆਵਰ ਬੈਸਟ ਟੂ ਟੇਕ ਫੁੱਲ ਬੈਨੀਫਿਟ ਆਊਟ ਆਫ ਦ ਐਗਜ਼ਿਸਟਿੰਗ ਲਾ ਜੀ। ਅੱਛਾ ਦੂਜੀ ਗੱਲ ਮੇਰਾ ਸਿਰਫ ਅਖੀਰਲਾ ਇੱਕ ਸਵਾਲ ਹੈ, ਬਾਕੀ ਤੇ ਹੋਰ ਬਹੁਤ ਕੁਝ ਹੈ। ਧਾਰਾ 25 ਜਿਸ ਨੂੰ ਸਾੜਿਆ ਵੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੇ ਔਰ ਨਾਲ ਹੀ ਬਰਨਾਲਾ ਸਾਹਿਬ ਵੀ ਆਏ ਔਰ ਜਿਹਦੇ ਤੇ ਸ਼ੁਰੂ ਤੋਂ ਇਤਰਾਜ਼ ਹੋ ਰਿਹਾ ਹੈ ਕਿ ਸਿੱਖਾਂ ਦੀ ਵੱਖਰੀ ਹੋਣ ਦੇ ਖਿਲਾਫ ਹੈ। ਹਾਲਾਂਕਿ ਇਹਦੇ ਤੇ ਵਿਵਾਦ ਹੋ ਸਕਦਾ ਹੈ, ਬਹਿਸ ਹੋ ਸਕਦੀ ਹੈ, ਡਿਬੇਟੇਬਲ ਹੈ ਕਿ ਕੀ ਇਹ ਧਾਰਾ ਸਿੱਖਾਂ ਦੀ ਹੋਂਦ ਨੂੰ ਮੰਨਦੀ ਹੈ ਕਿ ਇੱਕੋ ਇੱਕ ਹੀ ਧਾਰਾ ਹੈ ਜਿਹਦੇ ਸਿੱਖਾਂ ਦੀ ਹੋਂਦ ਨੂੰ ਤਸਲੀਮ ਵੀ ਕੀਤਾ ਜਾਂਦਾ। ਪਰ ਤੁਹਾਡੀ ਕੋਸ਼ਿਸ਼ ਦੇ ਬਾਅਦ ਵੈਂਕਟਾਚਲਾਈਆ ਕਮਿਸ਼ਨ ਨੇ ਰਿਪੋਰਟ ਵੀ ਦਿੱਤੀ, ਉਹਨੂੰ ਇੰਨੇ ਸਾਲ ਹੋ ਗਏ ਹੈ, ਕੀ ਉਹ ਬਣੇਗੀ, ਤਰਮੀਮ ਹੋਏਗੀ ਕਿ ਉੱਥੇ ਹੀ ਰਹਿ ਜਾਏਗੀ? ਦੇਖੋ ਜੀ ਤਰਮੀਮ ਕਰਦੀ ਹੈ ਪਾਰਲੀਮੈਂਟ ਜੀ। सिस्टम है only to adopt parliamentary procedure जी। I moved this resolution to amend the act। ये 2 बारी मेरी बार क्योंकि ये होंदा प्राइवेट मैंबर बिल जिवें मेरा मैरिज एक्ट पाया जी जी वो 2 बारी मेरा लग्या भी लेकिन उधर बहस ना हुई, हाउस डिस्टर्ब हो गया। तो मैं रिटायर हो गया, मेरे लिए खत्म हो गई। मैं हुन डॉक्टर रतन सिंह जनाला को वही मूव फिर कराया हाँ जी। ऑलरेडी लोक सभा च पर लोक सभा हुन खत्म होने वाली है इसलिए उत्थे भी खत्म हो जाएगा जी। हुन नवी पार्लीमेंट आएगी और जिवें लगता अकाली मैंबर बहुते आउणगे लेट देम मूव विद द रेजोल्यूशन अगेन इन द लोक सभा एंड अगेन इन द राज्य सभा जी। और कोशिश करो कि सारे हाउस ਨੂੰ ਇਕੱਠਾ ਕਰਕੇ रेजोल्यूशन पास करो जी। वंस इट इज अडॉप्टेड इन द हाउस ਸਰਕਾਰ ਇਹਨੂੰ ਅਮੈਂਡ ਕਰ ਦੇਗੀ। ਠੀਕ ਹੈ ਠੀਕ ਹੈ। ਸੋ ਮਸਲੇ ਤੇ ਬਹੁਤ ਹੈ, ਤੁਹਾਡਾ ਮਤਲਬ ਹੈ ਜਿੰਨੀ ਦੇਰ ਤੱਕ ਸਾਡੇ ਸਿਰਫ ਬਿਆਨਬਾਜ਼ੀ ਅਖਬਾਰਾਂ ਤੋਂ ਉੱਠ ਕੇ ਉੱਪਰ ਪਾਰਟੀ ਇਸ ਨੂੰ ਸਿਸਟਮ ਅਡਾਪਟ ਕਰੇ जी जी जी। ਵੈਂਕਟਾਚਲਾਈਆ ਵੀ ਜਦੋਂ ਕਮਿਸ਼ਨ ਬਣਿਆ ਮੈਂ ਹੀ ਪੇਸ਼ ਹੋਇਆ ਹਾਂਜੀ ਹਾਂਜੀ। ਉਹ ਰਿਕਾਰਡ ਉਹਨਾਂ ਰਿਕਾਰਡ ਦੇ ਅੱਗੇ ਤਰੋਚਨ ਸਿੰਘ ਸਾਹਿਬ ਉਹਨਾਂ ਨੇ ਐਕਸੈਪਟ ਕਰਕੇ ਮੇਰੇ ਜੀ ਪ੍ਰਪੋਜ਼ਲ ਲਾਗੂ ਕੀਤੀ ਜੀ 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 ਜੀ। ਹੁਣ ਵੀ ਪਾਰਲੀਮੈਂਟ ਦੇ ਸਾਰੇ MP ਸਾਡੇ ਹੋਣਗੇ ਜੀ। ਔਰ ਦੇਖੋ ਇਹਦੇ ਚ ਕੀ ਹੈ ਕਿ ਮੈਂ ਜਦੋਂ ਮੈਰਿਜ ਐਕਟ ਹੋਇਆ ਮੈਂ ਕਾਂਗਰਸੀ MP ਤੋਂ ਵੀ ਸਾਈਨ ਕਰਾ ਲਏ ਸੀ ਬਲਕਿ ਜਿੰਨੇ ਵੀ 21 MP ਹੁੰਦੇ ਆ ਸਿੱਖ ਪਾਰਲੀਮੈਂਟ ਸਾਰਿਆਂ ਦੇ ਸਾਈਨ ਕਰਨ ਆਫਟਰ ਦਿਸ ਇਜ਼ ਕੁਐਸਚਨ ਆਫ ਸਿੱਖਸ ਨਾਟ ਆਫ ਅਕਾਲੀਸ ਜੀ 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 ਜੀ। ਸਾਰੇ MP ਤੋਂ ਸਾਈਨ ਕਰਾ ਕੇ ਰੈਜ਼ੋਲੂਸ਼ਨ ਮੂਵ ਕਰਤਾ ਜਾਵੇ ਜੀ। ਮੈਂ ਇੱਕ ਟਿੱਪਣੀ ਜ਼ਰੂਰ ਕਰਨਾ ਚਾਹਾਂਗਾ। ਤੁਸੀਂ ਜ਼ਿਕਰ ਕੀਤਾ ਹੈ ਕਿ ਸਿੱਖ ਮੈਰਿਜ ਐਕਟ ਜਿਹੜਾ ਪਾਸ ਹੋ ਗਿਆ ਪਰ ਦਰਅਸਲ ਉਹ ਹਿੰਦੂ ਮੈਰਿਜ ਐਕਟ ਦੀ ਹੀ ਇੱਕ ਧਾਰਾ ਹੈ ਜਿਹੜੀ ਕਿ ਰਜਿਸਟ੍ਰੇਸ਼ਨ ਮਕਸਦ ਲਈ ਉਹ ਵੀ ਸਟੇਟ ਦੇ ਉੱਤੇ ਹਰ ਸੂਬੇ 'ਤੇ ਮਨਸਰ ਹੈ ਕਿ ਉਹ ਲਾਗੂ ਕਰੇ ਨਾ ਕਿ ਸਾਰੇ ਹਿੰਦੁਸਤਾਨ ਲਈ ਹੈ। ਸੋ ਕੀ ਕਦੇ ਆਏਗਾ ਜਾਂ ਨਹੀਂ ਆਏਗਾ
ਕਦੇ ਪੂਰਾ ਜੀ ਇਸ ਲਈ ਬੜਾ ਕੋਈ ਔਖਾ ਨਹੀਂ ਜੀ। ਇਹਦੇ ਸਟੇਟ ਗਵਰਨਮੈਂਟ ਪੰਜਾਬ ਖੁਦ ਇੰਟਰਸਟ ਲੈ ਕੇ ਕਰਾ ਸਕਦੀ ਹੈ, ਸ਼੍ਰੋਮਣੀ ਕਮੇਟੀ ਕਰਾ ਸਕਦੀ ਹੈ। 4 ਤੁਹਾਡੇ ਵਰਗੇ ਵਕੀਲ ਅੱਛੇ ਜਾਣ, ਆਪਣਾ ਐਕਟ ਹਰ ਇੱਕ ਚੀਫ ਸੈਕਟਰੀ ਨੂੰ ਦੇਣ ਸਟੇਟਾਂ 'ਚ। ਸਟੇਟ ਨੂੰ ਨਾ ਕੀ ਹੋਏਗੀ, ਕੋਈ ਸਟੇਟ ਅਪੋਜ਼ ਨਹੀਂ ਕਰਦੀ। ਪਰ ਡਿਫਰੈਂਟ ਪੋਲੀਟੀਕਲ ਪਾਰਟੀਆਂ ਦੀਆਂ ਸਰਕਾਰਾਂ, ਉਹਨਾਂ ਨੂੰ ਸਾਡੇ ਨਾਲ ਕੀ ਦੁਸ਼ਮਣੀ ਹੈ? ਸਾਰੇ ਸਾਡੇ ਗੱਲ ਅਪਰੋਚ ਕਰਨ ਦੀ ਹੈ ਜੀ। ਉਹ SGPC ਜਾਂ ਦਿੱਲੀ ਕਮੇਟੀ ਇਸ ਕੰਮ ਦੇ ਅੱਗੇ ਲੱਗ ਜਾਏ। ਐਕਟ ਆਲ ਇੰਡੀਆ ਐਕਟ ਨਹੀਂ ਹੁੰਦਾ, ਆਲ ਇੰਡੀਆ, ਉਹਦੇ 'ਚ ਕੋਈ ਕਹਿਣ ਦੀ ਲੋੜ ਨਹੀਂ ਕਿ ਕਿਸੇ ਨੂੰ ਇਸ ਤੋਂ ਕੋਈ ਇਨਕਾਰ ਹੋਵੇ। ਇਹ ਰੂਲ ਜੀ ਜੀ। ਇਹਨੂੰ ਬਾਕੀ ਜਿਹੜੀ ਸ਼ਰਤਾਂ ਹੋਰ ਪਾਉਣੀ ਚਾਹੁੰਦੀਆਂ, ਕੋਈ ਡਾਈਵੋਰਸ ਦੀ, ਕੋਈ ਉਹ ਜਿਹੜੀਆਂ ਹੁਣ ਐਡ ਅਮੈਂਡ ਫਰਦਰ ਅਮੈਂਡ ਹੋ ਸਕਦਾ। ਚਲੋ ਬਹੁਤ ਬਹੁਤ ਪਾਰਲੀਮੈਂਟ ਕਿਹਾ ਸੀ ਕਿ ਜਦੋਂ ਲੋੜ ਪਏਗੀ ਅਸੀਂ ਦੁਬਾਰਾ ਅਮੈਂਡ ਕਰ ਲਾਂਗੇ। ਜੀ ਜੀ ਜੀ। ਇਹਨੂੰ ਪਹਿਲੇ ਲੱਗ ਗਏ 60 ਸਾਲ ਲੱਗ ਗਏ, ਦੇਖੋ ਅੱਗੇ ਕਦੋਂ ਹੁੰਦਾ ਹੈ, ਕਦੋਂ ਕੋਈ ਕਰਾਏਗਾ। ਲਾਂਬਾ ਜੀ ਗੱਲ ਤਾਂ ਸ਼ੁਰੂ ਕਰਨ ਦੀ ਹੈ ਨਾ। ਜੀ 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 ਜੀ। ਸੋ ਸੋਚੀਏ 60 ਸਾਲ ਹੋਰ ਲੰਘਾ ਦਈਏ ਜੀ। ਠੀਕ ਹੈ ਠੀਕ ਹੈ। ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦਾ ਔਰ ਇਹਨਾਂ ਮੁੱਦਿਆਂ ਦੇ ਉੱਤੇ ਸਾਨੂੰ ਜਾਣਕਾਰੀ ਦੇਣ ਦਾ। ਸਾਡੇ ਦਰਸ਼ਕਾਂ ਨੂੰ ਸ਼ਾਇਦ ਇਸ ਤੋਂ ਇਹ ਇੱਕ ਸ਼ੁਰੂਆਤ ਹੋਏਗੀ ਕਿ ਇਸ ਦੇ ਉੱਤੇ ਫਰਦਰ ਆਪਣਾ ਹੋਰ ਸਟੱਡੀ ਕਰਕੇ ਇਹਨਾਂ ਚੀਜ਼ਾਂ ਬਾਰੇ ਬਹੁਤ ਬਹੁਤ ਗੱਲ ਕਰਿਓ। ਥੈਂਕ ਯੂ ਸਰ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਥੈਂਕ ਯੂ। ਸਤਿ ਸ਼੍ਰੀ ਅਕਾਲ। ਸੋ ਪਿਆਰੇ ਦਰਸ਼ਕੋ, ਇਹ ਸਨ ਸਰ ਤਰਲੋਚਨ ਸਿੰਘ ਜੀ, ਜਿਹੜੇ ਕਿ ਕਾਫੀ ਮਹੱਤਵਪੂਰਨ ਜਾਣਕਾਰੀ ਦੇ ਰਹੇ ਸੀ। ਸਮਾਂ ਹੈ ਇੱਕ ਵਕਫੇ ਦਾ, ਉਹਦੇ ਬਾਅਦ ਮੁੜ ਹਾਜ਼ਰ ਹੁੰਨੇ ਆ। ਤੁਸੀਂ ਸਾਨੂੰ ਜ਼ਰੂਰ ਕਾਲ ਕਰੋ ਔਰ ਆਪਣੇ ਵਿਚਾਰਾਂ ਨਾਲ ਸਾਨੂੰ ਜਾਣੂ ਕਰਾਓ। हाथों की अपनी दास्तां होती है, कभी सृष्टि तो कभी विनाश। ये देखती है, कभी ये सहारा तो कभी विश्वास। सदियों से ये खिलाए पीढ़ियों को निवाला, और हर निवाले में हो शक्ति भोग आटा। जब हाथों से खिलानी है 2 वक्त की रोटी, तो वो जरूर हो शक्ति भोग आटे से बनी, अपने देश का नंबर 1 आटा। ओबामा केयर अनुसार 2014 ਦੇ ਸ਼ੁਰੂ ਤੋਂ ਅਮਰੀਕਨਸ ਲਈ ਹੈਲਥ ਇੰਸ਼ੋਰੈਂਸ ਕਰਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਜੇਕਰ ਤੁਹਾਨੂੰ ਪਹਿਲਾਂ ਤੋਂ ਹੀ ਕੋਈ ਹੈਲਥ ਇਸ਼ੂ ਹੈ, ਤਦ ਵੀ ਇੰਸ਼ੋਰੈਂਸ ਕੰਪਨੀ ਵੱਲੋਂ ਇੰਸ਼ੋਰੈਂਸ ਦੇਣ ਲਈ ਤੁਹਾਨੂੰ ਮਨਾ ਨਹੀਂ ਕੀਤਾ ਜਾਏਗਾ। ਪੰਜਾਬ ਇੰਸ਼ੋਰੈਂਸ ਦੇ ਸਰਟੀਫਾਈਡ ਐਡਵਾਈਜ਼ਰ ਤੁਹਾਨੂੰ ਸਹੀ ਅਤੇ ਵਧੀਆ ਪਲਾਨ ਲੈਣ 'ਚ ਪੂਰੀ ਮਦਦ ਕਰਨਗੇ, ਜਿਸ ਦੀ ਕੋਈ ਫੀਸ ਨਹੀਂ ਹੋਏਗੀ। ओबामा केयर विच एनरोल होने की डेडलाइन 31 मार्च 2014 है। सो अमेरिका के किसी भी शहर साडा प्रोग्राम देख रहे हो, ओबामा केयर हैल्थ इंश्योरेंस कराने लिए पंजाब इंश्योरेंस के नंबर ते हुणे कॉल करो। अपने देश की सभ्यता, अपने ही लोग, अपनी मातृभूमि आपके पास लाते हुए, अपने देश की हर ग्रोसरी आपका अपना अपना बाजार। Apna Bazaar, cash and carry, with locations in New York and New Jersey. America's favorite fashion store, Sahil. Visit our showrooms in Chicago and New Jersey or online at www.sahil.com. Hey, you good and juicy, hun, drop fresh, you see, Maza. Young or old, sabhi hai peete, everyone ke man ko jeete. Party, function, kabhi bhi piyo, all time favorite drink hai kholo. Taza, taza, maza, maza, taza, maza, taza, maza. Hey, you good and juicy, high drop, head fresh, Maza. ਕੁਨਾਲ ਜੁਐਲਰ ਦੇ ਗਹਿਣੇ, ਵਾਹ ਪਈ ਵਾਹ ਕਿਆ ਕਹਿਣੇ। ਗਹਿਣਿਆਂ ਨਾਲ ਭਰ ਲੈ ਜਾਓ, ਘਰ ਵਾਲੀ ਨੂੰ ਹੂਰ ਬਣਾਓ। ਕੁਨਾਲ ਜੁਐਲਰ ਤੇ ਆਓ, ਗਹਿਣਿਆਂ ਨਾਲ ਸੱਜ ਤੱਜ ਕੇ ਬਾਗੋ ਬਾਗ ਹੋ ਜਾਓ। ਅਸੀਂ ਤੁਹਾਡੀ ਪਸੰਦ ਦੇ 22 ਅਤੇ 24 ਕੈਰਟ ਦੇ ਕੜੇ, ਚੇਨ, ਕੋਇਨਸ, ਡਾਇਮੰਡ ਕੱਟ ਬੈਂਗਲਸ ਆਰਡਰ ਤੇ ਤਿਆਰ ਕਰਦੇ ਹਾਂ। ਗਹਿਣਿਆਂ ਦੀ ਰਿਪੇਅਰ ਵੀ ਇੱਥੇ ਹੀ ਕਰਦੇ ਹਾਂ। ਤੁਸੀਂ ਆਪਣੀ ਰਾਸ਼ੀ ਦੇ ਬਰਸਟੋਨ ਵੀ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਸਾਡੇ ਕੋਲ ਡਾਇਮੰਡ ਜੁਐਲਰੀ ਦੀ ਇੱਕ ਤੋਂ ਵੱਧ ਇੱਕ ਵੈਰਾਈਟੀ ਹੈ। ਹੋਰ ਜਾਣਕਾਰੀ ਲਈ ਬਿੱਟੂ ਨੂੰ ਹੁਣੇ ਕਾਲ ਕਰੋ 7184787200। ਯਾਦ ਰੱਖੋ, ਕੁਨਾਲ ਜੁਐਲਰ, 37-08 74th Street, Jackson Heights, New York। चाय
ये सब तुम शाही पुलाव के लिए कर रहे हो ना? बना दो ना प्लीज। 49 साल से रोज यही तो खा रहे हो। श्री लाल महल है तो 49 साल कट गए, वरना 49 दिन भी काटने मुश्किल होते। जाओ, नहीं बनाती मैं तुम्हारा शाही पुलाव। बना दो ना प्लीज डार्लिंग। 49 के 50 भी तो करने हैं। गोल्डन जुबिली मनानी है ना। खुशबूदार लंबे दाने वाला श्री लाल महल एम्पायर बासमती राइस। दादी, वाओ, शाही पुलाव। लगता है इस बार दादाजी अपनी एनिवर्सरी नहीं भूले। क्यों? बिल्कुल नहीं भूला। श्री लाल महल एम्पायर बासमती राइस, खिले खिले दाने, खिले खिले आप। मिराज बैंकेट हॉल एंड रेस्टोरेंट। वेडिंग होवे या बर्थडे पार्टी, मिराज है परफेक्ट हर सेलिब्रेशन ਲਈ। मिराज इंडियन क्यूजिन विद प्रॉपर सीटिंग फैसिलिटी। विजिटर्स ਲਈ प्राइवेट पार्किंग फैसिलिटी भी अवेलेबल है। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਤੁਸੀਂ ਸਾਰੀ ਗੱਲਬਾਤ ਸੁਣੀ ਔਰ ਜਿਹੜੇ ਛੋਟੇ ਛੋਟੇ ਨੁਕਤੇ ਜਾਂ ਸੁਰਖੀਆਂ ਤੁਹਾਨੂੰ ਦਿੱਤੀਆਂ, ਤੁਹਾਡੇ ਵਿਚਾਰਾਂ ਦੀ ਸਾਨੂੰ ਲੋੜ ਹੈ। ਜੀ ਆਇਆਂ ਨੂੰ। ਹੈਲੋ, ਹਾਂਜੀ ਹਾਂਜੀ ਰਾਵਲ ਸਾਹਿਬ ਜੀ ਸਰ। ਆਲੂਵਾਲੀਆ ਬੋਲ ਰਿਹਾ ਜੀ ਆਲੂਵਾਲੀ ਸਾਹਿਬ, ਜੀ ਆਇਆਂ ਨੂੰ। ਹੁਕਮ ਕਰੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਇਹ ਜੀ ਟਾਈਮਸ ਨਾਓ ਤੇ ਰਾਹੁਲ ਗਾਂਧੀ ਦੀ ਇੰਟਰਵਿਊ ਹੋਈ ਸੀ ਜੀ। ਮੈਂ संक्षेप च दो नुकते पेश करांगा। जी जी। पहले तो कि अर्नब ने इत्थे चाइल्ड अब्यूज करता। दूसरा ये कि इहदा राहुल दा IQ लेवल इन्ना लो है कि मैं हैरान हाँ कि कांग्रेस का वाइस प्रेसिडेंट और फ्यूचर प्राइम मिनिस्टर कहो जाएगा और साडी जिहड़ी आने वाली गवर्नमेंट है वो कहो जी होगी। बाकी लोग सारे तुहाडे दर्शक जड़े ने सब बड़े जानकारू है, वो अंदाजा ला सकते हैं। जी 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 जी, बहुत मेहरबानी जी, बहुत बहुत धन्यवाद। बल्कि ये जो कुछ इंटरव्यू होया है ये विच इतने ज़्यादा ट्वीट्स आए और इन्ने ज़्यादा ये ते, बल्कि एक तो डडलानी दे जिहड़े कमेंट सी ਉਹਦੇ ਤੇ केजरीवाल ने मैनू अगे तोड़ दिता, जिहदे ते काफ़ी फिर रौला पैना शुरू होया। बहुत बहुत धन्यवाद। हेलो, हाँ जी, प्यारा सिंह बोल रहा जी। जी जी जी, प्यारा सिंह जी, जी आया नू। वाहिगुरू जी की फतेह। मैं दो बेनतियां करनी है। हाँ जी। आ रही 2014 दी इलेक्शन विच कामयाब होने वाले पंजाब दे सारे MP। हाँ जी। पंजाब दे सारे MP एक मुद्दा लैके पब्लिक विच इलेक्शन दे मैदान विच उतरन जी कि 1984 दी सिख नस्लकुशी जो है उस दे उत्ते ਉਹਨਾਂ ਦੀ ਬਣੀ ਸਰਕਾਰ ਜੂਨ 2014 ਵਿੱਚ ਸਮੁੱਚੇ ਪਾਰਲੀਮੈਂਟ ਹਾਊਸ ਤੋਂ ਇਨਸਾਫ ਦੀ ਮੰਗ ਕਰੇਗੀ ਜੀ। ਦੂਸਰਾ ਹੈ ਭਾਰਤ ਦੇਸ਼ ਦੇ ਹੋਰ ਸੂਬਿਆਂ ਵਿੱਚੋਂ ਜੋ ਮਾਈਨੋਰਿਟੀ ਨੂੰ ਇਨਸਾਫ ਦਿਵਾਉਣ ਵਿੱਚ ਵਿਸ਼ਵਾਸ ਰੱਖਦੇ ਹਨ ਉਹਨਾਂ ਨੂੰ ਨਾਲ ਜੋੜਨ ਅਤੇ ਉਹ ਵੀ ਆਪਣੇ ਮੈਨੀਫੈਸਟੋ ਵਿੱਚ 1984 ਦੇ ਸਿੱਖ ਜੈਨੋਸਾਈਡ ਦੇ ਉੱਤੇ ਸੱਚ ਸਾਹਮਣੇ ਲੈ ਆਉਣ ਦੇ ਵਾਸਤੇ ਜੋ ਹੈ ਉਹ ਬਾਕੀ ਸੂਬਿਆਂ ਦੇ MP ਨਾਲ ਜੋ ਹੈ ਪਾਰਲੀਮੈਂਟ ਦੇ ਵਿੱਚ ਖੜੇ ਹੋਣਗੇ। ਠੀਕ ਹੈ, ਠੀਕ ਹੈ। ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਸੀਂ ਬੜੀ ਅੱਛੀ ਇੱਕ ਗੱਲ ਕਹੀ ਹੈ, ਸਾਰੇ ਇਕੱਠੇ ਹੋ ਜਾਣ ਪਰ ਸਿੱਖ ਇਕੱਠੇ ਹੋਣਗੇ, ਇਹ ਇੱਕ ਵੱਖਰਾ ਸਵਾਲ ਹੈ ਤੇ ਕਿਸ ਤਰ੍ਹਾਂ ਹੋਣਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਨੰਬਰ ਜੀ ਮੈਂ ਚਰਨਜੀਤ ਸਿੰਘ ਗੁਮਟਾਲਾ ਬੋਲ ਰਿਹਾ। ਜੀ ਜੀ ਜੀ, ਗੁਮਟਾਲਾ ਸਾਹਿਬ, ਜੀ ਆਇਆਂ ਨੂੰ। ਮੈਂ ਨਾ ਸਾਧ ਤਰਲੋਚਨ ਸਿੰਘ ਦੀ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ। ਹਾਂਜੀ। ਕਿ ਨਵੀਂ ਸਰਕਾਰ ਆਏਗੀ ਤੇ ਉਹ ਐਕਟ ਜਿਹੜਾ ਸਿੱਖ ਮੈਰਿਜ ਐਕਟ ਹੈ ਉਹ ਇੰਡੀਪੈਂਡੈਂਟ ਬਣਾਏਗੀ। ਜੀ ਜੀ। ਪਾਰਲੀਮੈਂਟ ਦਾ ਇਜਲਾਸ ਹੁਣ ਹੋਣਾ ਵਾ। ਹਾਂਜੀ। ਫਰਵਰੀ ਜੀ। ਡਾਕਟਰ ਰਤਨ ਸਿੰਘ ਅਜਨਾਲਾ ਨੇ ਪੇਸ਼ ਕੀਤਾ ਵਾ, ਜੇ ਉਹ ਸਰਕਾਰ ਖੁਦ ਪੇਸ਼ ਕਰੇ
ਇਹ ਪ੍ਰੈਸ਼ਰ ਬਿਲਡ ਕਰਨ ਸਿੱਖ ਕਰਕੇ ਹਾਂਜੀ ਕਮੇਟੀ ਅਕਾਲੀ ਦਲ ਹਾਂਜੀ ਇਹ ਜਿਵੇਂ ਕੇਜਰੀਵਾਲ ਨੇ ਲੋਕਾਂ ਨੂੰ ਨਾਲ ਲੈ ਕੇ ਮੂਵਮੈਂਟ ਬਣਾਈ ਆ ਜੀ ਇਹ ਵੀ ਜੰਤਰ ਮੰਤਰ ਧਰਨੇ ਦੇਣ ਹਾਂਜੀ ਤੇ ਇਹ ਸਰਕਾਰ ਡਾਕਟਰ ਰਤਨ ਸਿੰਘ ਅਜਨਾਲੇ ਵਾਲਾ ਬਿੱਲ ਸਰਕਾਰ ਪੇਸ਼ ਕਰਕੇ ਪਾਸ ਹੋ ਸਕਦਾ ਹੁਣ ਹੀ ਹੋ ਸਕਦਾ ਵਾ ਜੀ 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 ਦੂਜੀ ਗੱਲ ਮੈਂ ਤੁਹਾਨੂੰ ਲਾਸਟ ਤੇ ਕਹਿਣੀ ਆ ਵੀ ਜਦੋਂ ਨਵਾਂ ਪੰਜਾਬੀ ਸਭਾ ਬਣਿਆ ਹਾਂਜੀ ਅਸੀਂ ਇੰਨੀਆਂ ਕੁਰਬਾਨੀਆਂ ਦੇ ਕੇ ਪੰਜਾਬੀ ਸਭਾ ਬਣਾਇਆ ਜੀ ਭਾਸ਼ਾ ਆਧਾਰ ਤੇ ਬਣਾਇਆ ਜੀ ਤਾਂ ਗੁਰੂ ਨਾਨਕ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬੀ ਨੂੰ ਰਾਜ ਭਾਸ਼ਾ ਨਹੀਂ ਸੀ ਬਣਾਇਆ ਜੀ ਹਾਂ ਲక్ష్మణ ਸਿੰਘ ਗਿੱਲ ਨੇ ਬਣਾਇਆ ਬੀਜੇਪੀ ਜਨਸੰਘ ਨਾਲ ਸੀ ਸਾਹ ਲక్ష్మణ ਸਿੰਘ ਗਿੱਲ ਦੀ ਸਰਕਾਰ ਬਣੀ ਕਾਂਗਰਸ ਦੀ ਸਪੋਰਟ ਨਾਲ ਜੀ ਸਾਹ ਲక్ష్మణ ਸਿੰਘ ਗਿੱਲ ਨੇ ਪੰਜਾਬੀ ਭਾਸ਼ਾ ਨੂੰ ਇਹ ਰਾਜ ਭਾਸ਼ਾ ਦਰਜਾ ਦਿੱਤਾ ਜੇ ਉਹ ਨਾ ਦਿੰਦੇ ਸ਼ਾਇਦ ਹੁਣ ਤੱਕ ਰਾਜ ਭਾਸ਼ਾ ਵੀ ਨਾ ਬਣਦੀ ਜੀ ਜੀ ਬਿਲਕੁਲ ਠੀਕ ਹੈ ਤੁਹਾਡੀ ਗੱਲ ਸਰ ਲక్ష్మణ ਸਿੰਘ ਗਿੱਲ ਦੀ ਦੇਣ ਬਹੁਤ ਵੱਡੀ ਹੈ ਮੈਂ ਤੁਹਾਡੇ ਉਸ ਗੱਲ ਨਾਲ ਜਿਹੜੀ ਤੁਸੀਂ ਕਹਿੰਦੇ ਹੋ ਕਿ ਹੁਣੇ ਪਾਰਲੀਮੈਂਟ ਵਿੱਚ ਕਰ ਲਿਆ ਜਾਏ ਮੇਰਾ ਖਿਆਲ ਹੈ ਸਿੱਖਾਂ ਦੇ ਮਾਮਲੇ ਵਿੱਚ ਭਵਿੱਖਬਾਣੀ ਕਰਨ ਲਈ ਕੋਈ ਜੋਤਿਸ਼ ਸ਼ਾਸਤਰ ਦੀ ਲੋੜ ਨਹੀਂ ਇੱਕ ਭਵਿੱਖਬਾਣੀ ਮੈਂ ਕਰ ਸਕਦਾ ਕਿ ਨੇੜੇ ਭਵਿੱਖ ਵਿੱਚ ਸਿੱਖਾਂ ਦਾ ਇਹ ਕਾਨੂੰਨ ਨਹੀਂ ਬਣੇਗਾ ਹੈਲੋ 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 ਹਾਂਜੀ ਕੌਣ ਬੋਲ ਰਹੇ ਜੀ ਹੈਲੋ ਹਾਂਜੀ ਨਮਸਕਾਰ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੌਣ ਬੋਲ ਰਹੇ ਜੀ ਨਮਸਕਾਰ ਮੈਂ ਡਾਕਟਰ ਰਜਿੰਦਰ ਸਿੰਘ ਬੋਲ ਰਿਹਾ ਜੀ ਨਿਊ ਜਰਸੀ ਤੋਂ ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਹੁਕਮ ਕਰੋ ਹਾਂਜੀ ਕੁਝ ਬੇਨਤੀਆਂ ਕਰਨੀ ਸਰ ਜ਼ਰੂਰ ਇਸ ਤਰ੍ਹਾਂ ਹੈ ਕਿ ਜਿਹੜੀ ਸਾਡੀ ਸਟਰਗਲ ਹੈ ਇਸ ਕਤਲੇਆਮ ਦੇ ਖਿਲਾਫ ਜੀ ਉਹਦਾ ਡਟ ਕੇ ਜਿਹੜਾ ਹੈਗਾ ਮੁਕਾਬਲਾ ਕਰਨਾ ਚਾਹੀਦਾ ਹੈ ਲੇਕਿਨ ਇਹ ਹੈ ਕਿ ਸਾਡੀ ਕੌਮ ਨੂੰ ਗੱਠਜੋੜ ਹੋ ਕੇ ਜਿਹੜੀ ਲਾਇਰਸ ਦੀ ਜਿਹੜੀ ਹੈ ਨਾ ਸਾਰੇ ਜਿਹੜੇ ਪੜ੍ਹੇ ਲਿਖੇ ਜਿਹੜੇ ਅੱਛੇ ਟੈਲੈਂਟਡ ਲਾਇਰਸ ਦੀ ਇੱਕ ਐਸੋਸੀਏਸ਼ਨ ਬਣਨੀ ਚਾਹੀਦੀ ਹੈ ਤੇ ਇਹ ਪਟੀਸ਼ਨ ਜਿੰਨੀ ਵੀ ਹਨ ਉਹ ਦਿੱਲੀ ਤੋਂ ਇਲਾਵਾ ਬਾਕੀ ਜਿੰਨੀ ਵੀ ਸਟੇਟਸ ਦੇ ਵਿੱਚ ਜੋ ਵੀ ਇਹ ਕਾਂਡ ਹੋਏ ਨੇ ਕਤਲੇਆਮ ਹੋਏ ਨੇ ਜੀ ਦੂਸਰੇ ਜਿਹੜੀ ਮਾਈਨੋਰਿਟੀ ਜਿਹੜੀ ਹੈਗੀ ਨੇ ਪਾਰਟੀਆਂ ਜਿਹੜੀਆਂ ਇੰਡੀਆ ਦੇ ਵਿੱਚ ਸਾਰਿਆਂ ਨੂੰ ਮਿਲਾ ਕੇ ਨਾਲ ਤੇ ਵੀ ਸ਼ੁਡ ਫਾਈਲ ਲਾਟ ਆਫ ਦਿਸ ਪਟੀਸ਼ਨਸ ਨੰਬਰ 1 ਜੀ ਨੰਬਰ 2 ਇਹ ਜਿਹੜੇ ਆਪਣੇ ਤਲੋਚੀ ਜੀ ਕਹਿ ਗਏ ਨੇ ਕਿ ਦੇਖੋ ਜੀ FIR ਜਿਹੜੀ ਹੈ ਉਹ ਰਿਕਾਰਡ ਨਹੀਂ ਮਿਲ ਰਿਹਾ ਲੇਕਿਨ ਸਾਡੇ ਕੋਲ ਇਸ ਲਈ ਲਿਵਿੰਗ ਜਿਹੜੀਆਂ ਵਿਟਨੈਸਸ ਹਨ ਇਸ ਲਈ ਵੀ ਬਿਲਕੁਲ ਹੈਗਾ ਸਭ ਕੁਝ ਹੈਗਾ ਮਕਤੂਲ ਵੀ ਹੈਗੇ ਹੈ ਗਵਾਹ ਵੀ ਹੈਗੇ ਹੈ ਉਹ ਐਵੀਡੈਂਸਸ ਵੀ ਹੈਗੀਆਂ ਜੇਕਰ ਹੋਰ ਸਾਰੀਆਂ ਥਾਵਾਂ ਤੇ ਜੈਨੋਸਾਈਡ ਦੇ ਉੱਤੇ ਮੁਕੱਦਮੇ ਚੱਲ ਸਕਦੇ ਹੈ ਅਜੇ ਵੀ ਕੱਢੇ ਜਾ ਸਕਦੇ ਹੈ 100 ਸਾਲ ਬਾਅਦ ਵੀ ਹੋ ਸਕਦੀ ਹੈ ਇਨਕੁਆਇਰੀ ਕਰਕੇ ਤੇ ਕੋਈ ਐਸਾ ਕਾਰਨ ਨਹੀਂ ਪਰ ਜੇ ਨੀਅਤ ਹੋਏ ਔਰ ਜੇ ਜਿਹੜੇ ਵਿਕਟਮਸ ਹੈ ਉਹਨਾਂ ਦੇ ਕੋਲ ਅਗਰ ਤਾਕਤ ਹੋਏ ਇਹ ਦੋਨੋਂ ਚੀਜ਼ਾਂ ਦੀ ਜਿਹੜੀ ਹਾਂਜੀ ਕੰਟੀਨਿਊਸਲੀ ਜਿਹੜੀ ਜਦੋਂ ਜਿਹੜੀ ਸਾਡੀ ਹੈ ਲੇਕਿਨ ਇੱਕ ਵੀ ਟੂ ਅੰਡਰਸਟੈਂਡ ਕਿ ਅਸੀਂ ਕਿਸ ਐਰੇ ਦੇ ਵਿੱਚ ਹੈਗੇ ਇਸ ਲਈ ਔਰ ਕਿਹੜੇ ਸਟੈਪਸ ਆਉਂ ਵਾਈਜ਼ਲੀ ਚੱਕਣੇ ਚਾਹੀਦੇ ਠੀਕ ਹੈ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸੋ ਪਿਆਰੇ ਦਰਸ਼ਕੋ ਇਹ ਅੱਜ ਦੇ ਪ੍ਰੋਗਰਾਮ ਵਿੱਚ ਜਿਹੜੇ ਅਸੀਂ ਤੁਹਾਡੇ ਲਈ ਬਹੁਤ ਹੀ ਅਹਿਮ ਨੁਕਤੇ ਤੁਹਾਨੂੰ ਪੇਸ਼ ਕੀਤੇ ਹੈ ਤੁਸੀਂ ਆਪਣੇ ਵਿਚਾਰ ਜ਼ਰੂਰ ਇਹਦੇ ਬਾਰੇ ਲਿਖ ਭੇਜੋ ਕਿ ਤੁਸੀਂ ਇਸ ਦੇ ਬਾਰੇ ਕੀ ਸੋਚਦੇ ਹੋ ਕਿ ਕੀ ਹੋਣਾ ਚਾਹੀਦਾ ਔਰ ਈਮੇਲ ਜ਼ਰੂਰ ਕਰੋ lamba@getpunjabi.tv ਦੇ ਉੱਤੇ ਇੱਕ ਪ੍ਰੋਗਰਾਮ ਲੈ ਕੇ ਮੁੜ ਹਾਜ਼ਰ ਹੋਵਾਂਗੇ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ अपनी बोली अपनी पहचान पंजाबी हर महफिल दी जान पंजाबियां दी है